सत श्री अकाल जी, तुसी देख रहे हो देसी डूड व्लॉग्स। तो मैनू उम्मीद है कि ये वीडियो हमेशा वास्ते तुहाडे काम आएगी। पूरी ध्यान नाल देखना, जे नहीं पता लगता दोबारा पीछे कर करके देख लेना, तुहानू सारा ही समझ आ जाऊगा। कोई भी कंट्री का तुसी अगर टूरिस्ट वीज़ा अप्लाई करना वा, उहदे वास्ते बेसिक रिक्वायरमेंट जिहड़ी चाहीदी हुंदी आ ओह है जी पैसा। ठीक है जी, कि तुहाडे कोल उत्थे जाण वास्ते इनकम होनी चाहिदी है, तुहाडे कोल सेविंग होनी चाहिदी है। ठीक है जी, आपां इस वीडियो नू कैटेगरियां च वंड देना वा। कैटेगरी नंबर 1 जिहदे विच आपां गल करांगे जिहड़े बच्चे स्टूडेंट हैगे ने, कॉलेज यूनिवर्सिटियां च पढ़ रहे ने, उन्हां ने अगर टूरिस्ट वीज़ा लवाउणा किसी कंट्री दा ते उन्हां नू की करना पैना। कैटेगरी 2 दे विच आपां ओह गल करांगे जिहड़े यूनिवर्सिटी पास आउट हो गए ने, हुण जॉब करदे ने किते, उन्हां नू की करना पैना टूरिस्ट वीज़े वास्ते। तीजी कैटेगरी ओह जिन्हां दा अपना बिजनेस आ, उन्हां नू की रिक्वायरमेंट, उन्हां नू की करना पऊगा। नंबर 4 जिहड़े किसान ने, ते नंबर 5 वो जिहड़े अपने आप नू वेला गिणदे ने, मतलब कि पढ़ लिया वा पर कुछ कर नहीं रहे, +2 करके बैठे ने, डिग्री करके बैठे ने पर अगे कुछ कर नहीं रहे, ਉਹ ਕਿੱਦਾਂ ਅਪਲਾਈ ਕਰ, ਉਹਨਾਂ ਬਾਰੇ ਗੱਲ ਕਰਾਂਗੇ। ਸੋ ਚਲੋ ਸ਼ੁਰੂ ਕਰਦੇ ਹਾਂ। ਸੋ ਇੱਕ ਗੱਲ ਮੈਂ ਦੱਸ ਦਵਾਂ, ਕੋਈ ਵੀ ਬੰਦਾ ਪੂਰੀ ਵਰਲਡ ਵਿੱਚ ਇਹ ਨਹੀਂ ਕਹਿ ਸਕਦਾ ਕਿ ਅੱਜ ਤੁਸੀਂ ਪੈਸੇ ਲਾਓ ਤੇ ਕੱਲ ਹੀ ਤੁਸੀਂ ਬਾਹਰ ਚੱਲ ਜਾਓ। ਇਦਾਂ ਦਾ ਕੁਝ ਨਹੀਂ ਹੈਗਾ। ਜੇ ਕੁਛ ਇਦਾਂ ਦਾ ਕੋਈ ਕਹਿੰਦਾ ਵਾ ਤਾਂ ਉਹ ਇੱਕ ਫਰਾਡ ਆ। ਠੀਕ ਹੈ ਜੀ, ਚਲੋ ਹੁਣ ਆਪਾਂ ਗੱਲ ਕਰਦੇ ਹਾਂ ਕੈਟੇਗਰੀ ਨੰਬਰ 1 ਦੀ। ਕੈਟੇਗਰੀ ਨੰਬਰ 1 ਹੈਗੀ ਹੈ ਜੀ ਸਟੂਡੈਂਟ ਵਾਲੇ। ਸਟੂਡੈਂਟ ਵਾਲੇ ਟੂਰਿਸਟ ਵੀਜ਼ੇ ਕਿੱਦਾਂ ਲੈ ਸਕਦੇ ਨੇ? ਪਹਿਲੀ ਗੱਲ, ਜਦੋਂ ਤੁਸੀਂ ਟੂਰਿਸਟ ਵੀਜ਼ਾ ਲਾਉਣਾ, ਤੁਹਾਡੇ ਕਿਹੜੇ ਡਾਕੂਮੈਂਟਸ, ਕੋਈ ਵੀ ਕੰਟਰੀ ਆ, ਪਹਿਲੇ ਤੇ ਆਪਣੀ ਬੈਂਕਿੰਗ ਠੀਕ ਕਰਨੀ ਆ ਤੁਸੀਂ। ਸੈਕੰਡਲੀ ਤੁਸੀਂ ਆਪਣੀ ਸੇਵਿੰਗਸ ਦਿਖਾਉਣੀ ਹੈ। ਥਰਡਲੀ ਤੁਹਾਨੂੰ ਪੇਰੈਂਟਸ ਦੀ ਸਪੋਰਟ ਦਿਖਾਉਣੀ ਪੈਣੀ ਆ। ਠੀਕ ਆ ਜੀ, ਪਹਿਲੀ ਗੱਲ ਬੈਂਕਿੰਗ ਕਿੱਦਾਂ ਕਰਨੀ ਆ? ਤੁਹਾਡਾ ਇੱਕ ਆਪਣੇ ਨਾਮ ਤੇ ਅਕਾਊਂਟ ਹੋਊਗਾ। ਜੇ ਨਹੀਂ ਹੈਗਾ, ਮੰਨ ਲਓ ਅੱਜ ਤੋਂ 6 ਮਹੀਨੇ ਬਾਅਦ ਕੋਈ ਕੰਟਰੀ 3 ਮਹੀਨੇ ਦਾ ਸਟੇਟਮੈਂਟ ਮੰਗਦੀ, ਕੋਈ ਕੰਟਰੀ 6 ਮਹੀਨੇ ਦੀ ਬੈਂਕ ਸਟੇਟਮੈਂਟ ਮੰਗਦੀ ਆ। ਸੋ ਮੰਨ ਲਓ ਤੁਸੀਂ ਅੱਜ ਤੋਂ ਸ਼ੁਰੂ ਕਰ ਰਹੇ ਹੋ ਬੈਂਕ ਸਟੇਟਮੈਂਟ ਬਣਾਉਣੀ, ਤੁਹਾਡੇ ਕੋਲ ਬੈਂਕ ਅਕਾਊਂਟ ਹੈਗਾ। ਮੈਂ ਉਮੀਦ ਕਰਦਾ ਕਿ ਤੁਸੀਂ ਆਪਣਾ ਇੱਕ ਸੇਵਿੰਗਸ ਅਕਾਊਂਟ ਖੁਲਾਇਆ ਹੋਏਗਾ। ਠੀਕ ਹੈ ਜੀ, ਉਹਦੇ ਵਿੱਚ ਤੁਸੀਂ ਹਰ ਮਹੀਨੇ, ਜੇ ਮੰਨ ਲਓ, ਮੈਂ ਸਾਰਿਆਂ ਨੂੰ ਇੱਕ ਗੱਲ ਦੱਸ ਦਵਾਂ, ਜਿਹੜੇ ਵੀ ਆ ਪੂਰੀ ਵੀਡੀਓ ਦੇਖਣਗੇ, ਪਲੀਜ਼ ਕੋਈ ਵੀ ਪਾਰਟ ਮਿਸ ਨਾ ਕਰਿਓ। ਕਿਉਂਕਿ ਇਹ ਨਹੀਂ ਕਿ ਜੇ ਤੁਸੀਂ ਜੌਬ ਕਰਦੇ ਹੋ ਜਾਂ ਬਿਜ਼ਨਸ ਕਰਦੇ ਹੋ ਜਾਂ ਕੁਛ ਨਹੀਂ ਕਰਦੇ ਤੇ ਸਾਰਾ ਸਕਿਪ ਕਰਕੇ ਐਂਡ 'ਚ ਜਾਓ। ਮੈਂ ਚਾਹੁੰਦਾ ਕਿ ਤੁਸੀਂ ਪੂਰੀ ਵੀਡੀਓ ਦੇਖੋ ਤਾਂ ਕਿ ਤੁਹਾਡੇ ਫੈਮਿਲੀ ਰਿਲੇਟਿਵਸ 'ਚ ਵੀ ਕੋਈ ਬੰਦੇ ਹੋਣਗੇ ਜਿਹੜੇ ਜੌਬ ਕਰਦੇ ਨੇ ਜਾਂ ਛੋਟੇ ਨੇ ਜਾਂ ਵੱਡੇ ਨੇ, ਉਹਨਾਂ ਨੂੰ ਵੀ ਤੁਸੀਂ ਹੈਲਪ ਕਰ ਸਕੋਗੇ। ਤੇ ਕਈ ਚੀਜ਼ਾਂ ਪੂਰੀ ਵੀਡੀਓ ਦੇ ਵਿੱਚ ਜ਼ਿਆਦਾ ਚੰਗੀ ਤਰ੍ਹਾਂ ਸਮਝ ਆਊਗੀ ਰੈਦਰ ਦੈਨ ਇੱਕ ਪਾਰਟ ਦੇਖਣ ਨਾਲੋਂ। ਜੇ ਤੁਸੀਂ ਇੰਨੇ ਪੈਸੇ ਲਾ ਕੇ ਇੱਥੇ ਆਈ ਗਏ ਹੋ ਤਾਂ ਪਲੀਜ਼ ਪੂਰੀ ਦੇਖ ਕੇ ਜਾਇਓ। ਮੈਨੂੰ 100% ਉਮੀਦ ਹੈ ਕਿ ਇਹ ਤੁਹਾਡੇ ਵਾਸਤੇ ਸਾਰੀ ਉਮਰ ਲਈ ਲਾਈਫ ਲੈਸਨ ਬਣ ਕੇ ਰਹੂਗੀ ਇਹ ਵੀਡੀਓ, ਤੇ ਤੁਹਾਨੂੰ ਇਸ ਵੀਡੀਓ ਨੇ ਬਹੁਤ ਫਾਇਦਾ ਦੇਣਾ ਇਨ ਫਿਊਚਰ। ਠੀਕ ਹੈ ਜੀ, ਚਲੋ ਤੁਸੀਂ ਆਪਣਾ ਬੈਂਕ ਅਕਾਊਂਟ, ਮੈਨੂੰ ਉਮੀਦ ਹੈ ਕਿ ਤੁਸੀਂ ਸੇਵਿੰਗ ਅਕਾਊਂਟ ਖੁਲਾਇਆ ਹੋਊਗਾ। ਜੇ ਨਹੀਂ ਖੁਲਾਇਆ ਤਾਂ ਪਲੀਜ਼ ਜਾ ਕੇ ਖੁਲਾ ਲਿਓ। ਉਹਦੇ ਵਿੱਚ ਕੀ ਕਰਨਾ ਵਾ, ਆਪਾਂ ਮਿਨੀਮਮ ਬੈਂਕ ਬੈਲੈਂਸ 6 ਲੱਖ ਰੁਪਇਆ ਲੈ ਕੇ ਤੁਰਨਾ ਕਿ ਆਪਾਂ ਜਦੋਂ ਕੋਈ ਵੀ ਟੂਰਿਸਟ ਵੀਜ਼ਾ ਵੱਡੀ ਕੰਟਰੀਆਂ ਦਾ, UK, US, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਸੇ ਵੀ ਕੰਟਰੀ ਦਾ ਲਾਉਣਾ, ਸ਼ੈਂਗਨ ਵੀਜ਼ਾ, ਇਹਦੇ ਲਈ ਮਿਨੀਮਮ ਬੈਲੈਂਸ ਆਪਾਂ 6 ਲੱਖ ਤੇ ਕਰਨਾ ਹੀ ਕਰਨਾ। ਜੇ ਤੁਸੀਂ ਆਪਣੀ ਪ੍ਰੋਫਾਈਲ ਸਟਰੋਂਗ ਰੱਖਣਾ ਚਾਹੁੰਦੇ ਹੋ ਤਾਂ 6 ਲੱਖ ਆਪਾਂ ਕਰਨਾ ਹੀ ਆ। ਉਹ 6 ਲੱਖ ਨੂੰ ਕਿੱਦਾਂ ਕਰਨਾ ਉਹ ਸਮਝਾਉਣ ਲੱਗਾ ਵਾਂ। ਤੁਸੀਂ ਸਟੂਡੈਂਟ ਹੋ ਤੇ ਤੁਸੀਂ ਮੰਥਲੀ ਆਪਣੀ ਪਾਕਟ ਮਨੀ ਜਿਹੜੀ ਲੈਣੇ ਹੋ ਉਹ ਹੈਗੀ ਆ ਘਰਦਿਆਂ ਤੋਂ 20,000 ਲੈਣੇ ਹੋ ਜਾਂ ਨਹੀਂ ਲੈਣੇ ਹੋ, ਤੁਸੀਂ 20,000 ਪਾਉਣੀ ਆਪਣੇ ਅਕਾਊਂਟ ਦੇ ਵਿੱਚ ਪਾਕਟ ਮਨੀ ਲਿਖ ਕੇ ਕਿ ਹਾਂ ਵੀ 20,000 ਸਾਨੂੰ ਪਾਕਟ ਮਨੀ ਆਉਂਦੀ ਆ। ਉਹਦੇ ਵਿੱਚੋਂ ਤੁਸੀਂ ਆਪਣਾ ਉਹ 6 ਮਹੀਨੇ ਵਾਸਤੇ 5,000 ਰੁਪਇਆ ਅਕਾਊਂਟ 'ਚ ਸ਼ੋ ਕਰਨਾ ਕਿ ਮੇਰੀ ਐਕਸਪੈਂਸਿਸ ਹੋ ਰਹੇ ਨੇ, ਡੇਲੀ ਐਕਸਪੈਂਸਿਸ, ਵੀਕਲੀ ਐਕਸਪੈਂਸਿਸ, ਕੋਈ ਸਬਸਕ੍ਰਿਪਸ਼ਨਾਂ ਹੋ ਗਈਆਂ, ਕੋਈ ਰਿਚਾਰਜ ਹੋ ਗਏ, ਕੋਈ ਟਰੈਵਲ ਹੋ ਗਿਆ, ਜਿੱਦਾਂ ਇੱਥੋਂ ਕਾਲਜ ਤੱਕ ਜਾਣ ਦੇ ਪੇਟੀਐਮ ਨੇ ਪੇ ਕਰਤੇ, ਕੈਬ ਦੇ ਪੇ ਕਰਤੇ, ਜੇ ਕਿੱਦਾਂ ਵੀ ਪੈਟਰੋਲ ਭਰਵਾ ਲਿਆ, ਇਹ ਸਾਰੇ ਆਨਲਾਈਨ ਹੋਣੇ ਚਾਹੀਦੇ। ਠੀਕ ਹੈ, ਖਰਚੇ ਤੁਹਾਡੇ ਤੇ ਇਹ ਤੁਸੀਂ ਸ਼ੋ ਕਰਨੇ ਆ। ਉਹਦੇ ਵਿੱਚ 5,000 ਦੇ ਲਾਗੇ ਛਾਗੇ ਤੁਹਾਡਾ ਖਰਚਾ ਹੋਵੇ ਤੇ 15,000 ਤੁਹਾਡਾ ਜਿਹੜੀ ਪਾਕਟ ਮਨੀ ਆ ਉਹ ਤੁਸੀਂ ਸੇਵ ਕਰ ਰਹੇ ਹੋ। ਸਭ ਤੋਂ ਪਹਿਲੇ ਤੁਸੀਂ ਕੀ ਕਰਨਾ ਕਿ ਆਪਣੇ ਅਕਾਊਂਟ ਦੇ ਵਿੱਚ 5 ਲੱਖ ਰੁਪਇਆ ਸਿੱਧਾ ਦਾ ਸਿੱਧਾ ਹੀ 1 ਤਰੀਕ ਨੂੰ, ਜਿੱਦਾਂ ਮੰਨ ਲਓ ਕਿ ਜਨਵਰੀ ਤੋਂ ਸ਼ੁਰੂ ਕਰ ਲਓ, ਮੰਨ ਲਓ ਅਸੀਂ 2 ਜਨਵਰੀ ਤੋਂ ਸਟੇਟਮੈਂਟ ਬਣਾਉਣੀ ਸ਼ੁਰੂ ਕਰ ਰਹੇ ਆ। ਸੋ 1 ਜਨਵਰੀ ਦਾ ਤੁਹਾਡਾ ਇਹ ਕੰਮ ਹੋਊਗਾ ਕਿ ਤੁਸੀਂ 5 ਲੱਖ ਰੁਪਇਆ ਆਪਣੇ ਘਰਦਿਆਂ ਤੋਂ ਲੈ ਕੇ ਜਾਂ ਕਿਤੋਂ ਵੀ ਫੜ ਕੇ ਪਾ ਲਓ। ਜੇ ਨਹੀਂ ਪਾਉਣਾ ਤੇ ਕੋਈ ਚੱਕਰ ਨਹੀਂ, ਤੇ 3 ਲੱਖ ਪਾ ਲਓ, ਬਾਕੀ ਰਹਿਣ ਦਿਓ ਏਦਾਂ ਹੀ। ਠੀਕ ਹੈ ਜੀ, ਉਸ ਤੋਂ ਬਾਅਦ 2 ਤਰੀਕ ਤੋਂ ਤੁਸੀਂ ਆਪਣੀ ਸੇਵਿੰਗ ਸ਼ੁਰੂ ਕਰਨੀ ਆ। ਤੁਸੀਂ ਆਪਣੀ ਬੈਂਕ ਸਟੇਟਮੈਂਟ ਬਣਾਉਣੀ ਸ਼ੁਰੂ ਕਰਨੀ। ਉਹ ਕਿੱਦਾਂ ਕਰਨੀ ਆ? 3 ਲੱਖ ਤੁਹਾਡੇ ਅਕਾਊਂਟ ਦੇ ਵਿੱਚ ਸੀਗਾ, ਉਸ ਤੋਂ ਬਾਅਦ ਤੁਸੀਂ ਆਪਣੀ ਪਾਕਟ ਮਨੀ 20,000 ਪਵਾਈ 2 ਤਰੀਕ ਨੂੰ,
ਤੇ ਇਹ ਸਿਰਫ ਡੇਟਸ ਮੈਂ ਸਿਰਫ ਉੱਦਾਂ ਦੱਸ ਰਿਹਾ, ਜੇ ਕੋਈ ਕਿਸੇ ਨੇ ਇਹ ਡੇਟਸ ਵੀ ਫੋਲੋ ਕਰਨੀ ਆ ਤੇ ਵੈਲ ਐਂਡ ਗੁੱਡ, ਪਰ ਉੱਦਾਂ ਮੈਂ ਦੱਸ ਰਿਹਾ 2 ਤਰੀਕ ਨੂੰ ਤੁਹਾਡੇ ਘਰ ਤੋਂ ਤੁਸੀਂ ਪੈਸੇ ਲਏ, ਠੀਕ ਹੈ ਜੀ, ਉਹ ਪਾਕਟ ਮਨੀ ਪਵਾਈ, ਉਹ ਮਹੀਨੇ ਤੁਸੀਂ ਸਾਰਾ 5000 ਹੀ ਖਰਚਿਆ, ਉਹਦੇ ਵਿੱਚ ਟ੍ਰਾਂਜੈਕਸ਼ਨ ਆਈਆਂ 15000 ਤੁਹਾਡੀ 30 ਤਰੀਕ ਨੂੰ ਜਾਂ 31 ਤਰੀਕ ਨੂੰ ਉਹ ਸੇਵਿੰਗ ਹੋ ਗਈ, ਠੀਕ ਹੈ ਜੀ। ਇਦਾਂ ਹੀ ਦੂਜੇ ਮਹੀਨੇ ਕਰਨਾ, ਇਦਾਂ ਹੀ ਤੀਜੇ ਮਹੀਨੇ ਕਰਨਾ, 6 ਮਹੀਨੇ ਤੁਸੀਂ ਇਦਾਂ ਹੀ ਸਾਈਕਲ ਚਲਾਉਣਾ ਵਾ, ਠੀਕ ਹੈ। ਜਦੋਂ 6 ਮਹੀਨੇ ਹੋ ਜਾਣਗੇ ਤੇ ਤੁਹਾਡੇ ਕੋਲ 15 30 45 60 75 ਤੇ 90 3,90,000 ਰੁਪਇਆ ਤੁਹਾਡੇ ਅਕਾਊਂਟ ਵਿੱਚ ਸੇਵ ਹੋ ਜਾਏਗਾ ਤੇ ਤੁਹਾਡਾ ਰੈਗੂਲਰ ਜਿਹੜਾ ਖਰਚਾ ਵਾ ਉਹ 5000 ਦੇ ਕਰੀਬ ਆ। ਇਹ ਵੀ ਨਹੀਂ ਕਿ ਤੁਸੀਂ ਐਗਜ਼ੈਕਟ 5000 ਦਿਖਾਉਣਾ, ਕਿਸੇ ਚ 4900 ਹੋ ਗਿਆ, ਕਿਸੇ ਚ 5100 ਹੋ ਗਿਆ, ਮਤਲਬ ਏਦਾਂ 5000 ਦੇ ਲਾਗੇ ਛਾਗੇ ਰੱਖੋ, ਜਿਹੜਾ ਕੋਈ ਦੇਖੇ ਤੁਹਾਡੀ ਟ੍ਰਾਂਜੈਕਸ਼ਨ ਤੇ ਉਹਨੂੰ ਜੈਨੂਇਨ ਲੱਗੇ। ਇਹ ਵੀ ਨਾ ਹੋਵੇ ਕਿ ਤੁਸੀਂ ਇੱਕ ਹਫ਼ਤੇ 'ਚ ਸਾਰੀ ਟ੍ਰਾਂਜੈਕਸ਼ਨ ਕਰਤੀ ਤੇ 3 ਹਫ਼ਤੇ ਖਾਲੀ ਗਿਰਨਾ। ਹਰੇਕ ਹਫ਼ਤੇ 'ਚ ਜਾਂ ਪਰਟੀਕੂਲਰ 2 ਦਿਨ ਜਾਂ 3 ਦਿਨ ਰੱਖ ਲਓ ਕਿ ਅੱਜ ਕਦੀ ਮੰਡੇ ਖਰਚ ਲਿਆ, ਕਦੀ ਬੁੱਧਵਾਰ ਖਰਚ ਲਿਆ, ਕਦੀ ਸ਼ੁੱਕਰਵਾਰ, ਅਗਲੇ ਹਫ਼ਤੇ ਕਦੀ ਮੰਗਲਵਾਰ ਖਰਚ ਲਿਆ, ਫਿਰ ਵੀਰਵਾਰ ਖਰਚ ਲਿਆ, ਮਤਲਬ ਕੰਟੀਨਿਊਸ ਹੋਵੇ ਕਿ ਹਾਂ ਵੀ ਕੰਟੀਨਿਊਸ ਟ੍ਰਾਂਜੈਕਸ਼ਨਸ ਚੱਲ ਰਹੀਆਂ ਵਾ, ਠੀਕ ਹੈ ਜੀ। ਇਹ ਹੋ ਗਿਆ ਜੀ ਮੰਥਲੀ ਟ੍ਰਾਂਜੈਕਸ਼ਨ ਤੁਸੀਂ ਕਿੱਦਾਂ ਬਣਾਉਣੀ ਆ ਤੇ ਤੁਸੀਂ ਕਿੱਦਾਂ ਵਰਕ ਕਰਨਾ। ਜਦੋਂ ਤੁਹਾਡੇ 6 ਮਹੀਨੇ ਪੂਰੇ ਹੋ ਗਏ, ਤੁਹਾਡੇ ਕੋਲ 3,90,000 ਰੁਪਇਆ ਤੁਹਾਡੀ ਸੇਵਿੰਗ ਅਕਾਊਂਟ 'ਚ ਹੋ ਗਿਆ। ਹੁਣ ਅਸੀਂ ਫਾਈਲ ਲਾਉਣ ਜੋਗੇ ਹੋ ਗਏ ਆ, ਪਲੱਸ ਤੁਹਾਡੇ ਪੇਰੈਂਟਸ ਦੀ ਵੀ ਸੇਮ ਇਦਾਂ ਹੀ ਬੈਂਕ ਸਟੇਟਮੈਂਟ ਲੱਗੂ, ਕਿਉਂਕਿ ਤੁਸੀਂ ਸਟੂਡੈਂਟ ਹੋ, ਤੁਸੀਂ ਆਪਣੇ ਪੇਰੈਂਟਸ ਤੋਂ ਵੀ ਪੈਸੇ ਲਓਗੇ, ਸਪਾਂਸਰ ਦਿਖਾਓਗੇ, ਠੀਕ ਆ। ਉਸ ਕੇਸ 'ਚ ਕੀ ਕਰਨਾ ਵਾ, ਉਹਨਾਂ ਦੀ ਲੱਗੇਗੀ ਐਜ਼ ਏ ਸਪਾਂਸਰ ਕਿ ਹਾਂ ਵੀ ਇਹ ਬੰਦਾ ਤੁਹਾਨੂੰ ਸਪਾਂਸਰ ਕਰ ਰਿਹਾ ਟੂਰਿਸਟ ਵਾਸਤੇ, ਇਹ ਤੁਹਾਡੀ ਗਰੰਟੀ ਆ। ਸਟੂਡੈਂਟ ਵਾਸਤੇ ਸਿਰਫ ਇਹ ਮੈਂ ਗੱਲ ਕਰ ਰਿਹਾ ਵਾਂ। ਤੇ ਉਹਨਾਂ ਦੀ ਬੈਂਕ ਸਟੇਟਮੈਂਟ ਵੀ 6 ਮਹੀਨੇ ਦੀ, ਰਿਗਾਰਡਲੈਸ ਉਹ ਕਿੱਦਾਂ ਵੀ ਹੋਵੇ ਟ੍ਰਾਂਜੈਕਸ਼ਨ, ਉਹਦੇ ਨਾਲ ਕੋਈ ਮਤਲਬ ਨਹੀਂ। ਉਹਨਾਂ ਦੀ ਵੀ ਸੇਵਿੰਗ ਹੋਣੀ ਚਾਹੀਦੀ ਐਟ ਦਾ ਐਂਡ ਪੁਆਇੰਟ। ਬੈਸਟ ਹੋਊਗਾ ਜੇ FD ਹੋਗੀ, ਫਿਕਸਡ ਡਿਪੋਜ਼ਿਟ ਹੋਊਗਾ ਤਾਂ ਉਹ ਸਭ ਤੋਂ ਬੈਸਟ ਹੈਗਾ, ਠੀਕ ਹੈ ਜੀ। ਇਹ ਹੋ ਗਈ ਜੀ ਤੁਹਾਡੀ ਪ੍ਰੋਪਰ ਇੱਕ ਫਾਈਨੈਂਸ਼ੀਅਲ ਥਿੰਗ ਕਿ ਹਾਂ ਬਈ ਫਾਈਨੈਂਸਿਸ ਤੁਹਾਡੇ ਇਦਾਂ ਹੋਣੇ ਚਾਹੀਦੇ। ਜੇ ਤੁਸੀਂ 4 ਲੱਖ, ਲਗਭਗ 4 ਲੱਖ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਸ਼ੋ ਕੀਤਾ 6 ਮਹੀਨਿਆਂ ਵਿੱਚ, ਠੀਕ ਆ। ਸੇਮ ਚੀਜ਼ 3 ਮਹੀਨੇ ਲਈ ਵੀ ਤੁਸੀਂ ਫੋਲੋ ਕਰ ਸਕਦੇ ਹੋ। ਹਰੇਕ ਕੰਟਰੀ ਦੀ ਡਿਫਰੈਂਟ ਐਪਲੀਕੇਸ਼ਨ ਫਾਰਮ ਹੋਊ, ਪਰ ਇੱਕ ਚੀਜ਼ ਜ਼ਰੂਰ ਸੇਮ ਹੋਊਗੀ ਕਿ ਉਹ ਤੁਹਾਡੇ ਤੋਂ ਮੰਗਣ, ਜਿੰਨੀਆਂ ਵੀ 5-6 ਵੱਡੀ ਕੰਟਰੀਆਂ, ਉਹ ਕਹਿਣਗੇ ਕਿ ਤੁਹਾਡੇ ਫੈਮਲੀਜ਼ ਟਰਾਈ ਸਟਰੋਂਗ ਹੈਗੇ ਨੇ, ਤੁਹਾਡੇ ਕੋਲ ਇੰਡੀਆ ਵਾਪਸ ਮੁੜਨ ਦਾ ਰੀਜ਼ਨ ਹੈਗਾ। ਉਹਦੇ ਵਾਸਤੇ ਸਟੂਡੈਂਟ ਕੀ ਕਰੂਗਾ, ਸਟੂਡੈਂਟ ਆਪਣੀ ਯੂਨੀਵਰਸਿਟੀ ਜਾਊਗਾ, ਨੋ ਆਬਜੈਕਸ਼ਨ ਲੈਟਰ ਲਊਗਾ, ਲੀਵ ਲੈਟਰ ਸ਼ੋ ਕਰੇਗਾ ਕਿ ਨੋ ਆਬਜੈਕਸ਼ਨ ਲੈਟਰ ਵਿੱਚ ਇਹ ਲਿਖਾਊਗਾ ਕਿ ਹਾਂ ਬਈ ਆਹ ਬੰਦੇ ਨੂੰ ਇਸ ਟਰਮ ਤੋਂ ਬਾਅਦ ਆਫ ਆ ਤੇ ਇਹ ਘੁੰਮਣ ਜਾਣਾ ਚਾਹੁੰਦਾ ਵਾ, ਤੇ ਯੂਨੀਵਰਸਿਟੀ ਲਿਖ ਕੇ ਦਊਗੀ ਕਿ ਸਾਨੂੰ ਇਹਦੇ ਤੋਂ ਕੋਈ ਇਤਰਾਜ਼ ਨਹੀਂ, ਇਹ ਘੁੰਮ ਸਕਦਾ, ਆ ਕੇ ਇਹਨੇ ਅਗਲਾ ਟਰਮ ਲਾਉਣਾ। ਸੋ ਇਹ ਲਿਖ ਕੇ ਦਊਗੀ ਤੁਹਾਨੂੰ ਨੋ ਆਬਜੈਕਸ਼ਨ ਲੈਟਰ ਦੇ ਵਿੱਚ। ਲੀਵ ਲੈਟਰ ਵੀ ਤੁਸੀਂ ਲਾ ਸਕਦੇ ਹੋ ਕਿ ਹਾਂ ਬਈ ਮੈਂ 2 ਹਫ਼ਤੇ ਦੀ ਲੀਵ ਲਈ ਹੈ ਯੂਨੀਵਰਸਿਟੀ ਤੋਂ ਤੇ ਮੈਂ ਘੁੰਮਣ ਜਾਣਾ, ਤੇ ਘੁੰਮ ਕੇ ਵਾਪਸ ਆ ਕੇ ਮੈਂ ਫਿਰ ਜੁਆਇਨ ਕਰਨੀ ਹੈ ਯੂਨੀਵਰਸਿਟੀ। ਸੋ ਇਹ ਹੋ ਗਿਆ ਜੀ ਯੂਨੀਵਰਸਿਟੀ ਵੱਲੋਂ ਲੈਟਰ, ਜਿਹੜਾ ਕਿ ਤੁਹਾਡਾ ਪ੍ਰਮਾਣਿਤ ਕਰਦਾ ਵਾ ਕਿ ਹਾਂ ਵੀ ਤੁਸੀਂ ਵਾਪਸ ਆਉਂਗੇ ਇੰਡੀਆ, ਵਾਪਸ ਆਪਣੀ ਸਟੱਡੀ ਕੰਟੀਨਿਊ ਕਰੋਗੇ। ਸੈਕੰਡਲੀ ਤੁਸੀਂ ਆਪਣੇ ਪੇਰੈਂਟਸ ਤੋਂ ਵੀ ਇੱਕ ਲੈਟਰ ਲੈਣਾ ਜਿਹਦੇ ਵਿੱਚ ਲਿਖਿਆ ਹੋਊਗਾ ਕਿ ਇਹਦੇ ਸੇਵਿੰਗਸ ਇਹਦੇ ਕੋਲ ਹੈਗੀਆਂ ਇੰਨੀਆਂ, ਪਲੱਸ ਅਸੀਂ ਵੀ ਇਹਨੂੰ ਸਪੋਰਟ ਕਰ ਰਹੇ ਹਾਂ ਕਿ ਇਹ ਘੁੰਮ ਕੇ ਆ ਜਾਵੇ ਤੇ ਆ ਕੇ ਫਿਰ ਆਪਣੀ ਸਟੱਡੀ ਜੁਆਇਨ ਕਰੇਗਾ। ਇਹ ਵੀ ਲੈਟਰ ਤੁਸੀਂ ਲਾ ਸਕਦੇ ਹੋ, ਆਪਸ਼ਨਲ ਹੈਗਾ, ਪਰ ਮੈਂ ਰਿਕਮੈਂਡ ਕਰੂੰਗਾ ਕਿ ਜ਼ਰੂਰ ਲਾਉਣਾ ਤੁਸੀਂ, ਠੀਕ ਹੈ ਜੀ। ਕੋਈ ਵੀ ਕੰਟਰੀ ਆ, ਰਿਗਾਰਡਲੈਸ ਕਿਤੇ ਵੀ ਜਾ ਰਹੇ ਹੋ ਤੁਸੀਂ, ਕੋਈ ਵੀ ਕੰਟਰੀ ਆ, ਇਹਨਾਂ ਵੱਡੀਆਂ ਕੰਟਰੀਆਂ 'ਚ ਇਹ ਚੀਜ਼ਾਂ ਜ਼ਰੂਰੀ ਆ। ਇਹ ਹੋ ਗਿਆ ਜੀ ਤੁਹਾਡਾ ਆਉਣ ਦਾ ਤੇ ਫਾਈਨੈਂਸ਼ੀਅਲ। ਇਹ ਦੋਨੇ ਚੀਜ਼ਾਂ ਤੁਹਾਡੇ ਹਮੇਸ਼ਾ ਕੰਮ ਆਉਣੀਆਂ, ਕੋਈ ਵੀ ਕੰਟਰੀ ਆ। ਸਟੂਡੈਂਟ ਸੁਣ ਲਓ ਤੁਸੀਂ ਧਿਆਨ ਨਾਲ, ਇਹ ਚੀਜ਼ਾਂ ਤੇ ਮਸਟ ਆ, ਇਹੀ ਤੁਹਾਡੀ ਪ੍ਰੋਫਾਈਲ ਸਟਰੋਂਗ ਕਰਦੀਆਂ ਨੇ, ਠੀਕ ਹੈ ਜੀ। ਬਾਕੀ ਤੁਸੀਂ ਇੱਕ ਤੀਜੀ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਕਵਰ ਲੈਟਰ। ਕਵਰ ਲੈਟਰ ਤੁਸੀਂ ਲਿਖਣਾ ਕਿੱਦਾਂ, ਮੈਨੂੰ ਪਤਾ ਸਟੂਡੈਂਟ ਹੈਗੇ ਆ, ਤੁਸੀਂ ਆਰਾਮ ਨਾਲ ਲਿਖ ਸਕਦੇ ਹੋ, ਠੀਕ ਹੈ ਜੀ। ਕਵਰ ਲੈਟਰ 'ਚ ਕੀ ਲਿਖਣਾ ਹੁੰਦਾ ਕਿ ਹਾਂ ਬਈ ਮੈਂ ਆਹ ਪਾਸਪੋਰਟ ਹੋਲਡਰ, ਇੰਨਾ ਨੰਬਰ ਮੇਰਾ ਪਾਸਪੋਰਟ ਦਾ, ਮੈਂ ਫਲਾਨੀ ਜਗ੍ਹਾ ਤੇ ਪੜ ਰਿਹਾ, ਠੀਕ ਹੈ। ਮੈਂ ਸਟੂਡੈਂਟ ਆ ਜੀ, ਮੈਂ 3rd ਈਅਰ 'ਚ ਜਾਂ 4th ਈਅਰ 'ਚ ਆ, ਮੇਰੀ ਹੈਗੀ ਹੈ ਟਰਮ ਬ੍ਰੇਕ, ਟਰਮ ਖਤਮ ਹੋਈ ਹੈ ਜਾਂ ਸਮੈਸਟਰ ਬ੍ਰੇਕ ਆ, ਤੇ ਉਸ ਬ੍ਰੇਕ ਦੇ ਵਿੱਚ ਮੈਂ ਫਲਾਨੀ ਜਗ੍ਹਾ ਤੁਹਾਡੀ ਕੰਟਰੀ 'ਚ ਆਉਣਾ ਚਾਹੁੰਦਾ। ਤੁਸੀਂ ਇੱਕ ਟਰੈਵਲ ਆਈਟਨਰੀ ਵੀ ਬਣਾਉਣੀ ਆ, ਠੀਕ ਆ। ਉਹ ਤੁਸੀਂ ਕਵਰ ਲੈਟਰ 'ਚ ਵੀ ਲਿਖ ਸਕਦੇ ਹੋ, ਅਲੱਗ ਸੈਪਰੇਟ ਵੀ ਦੇ ਸਕਦੇ। ਤੇ ਉਸ ਤੋਂ ਬਾਅਦ ਲਿਖਣਾ ਕਿ ਮੈਂ ਯੂਨੀਵਰਸਿਟੀ ਆ ਕੇ ਵਾਪਸ ਪੜੂੰਗਾ, ਮੇਰੀ ਕੋਈ ਇੰਟੈਂਸ਼ਨ ਨਹੀਂ ਹੈਗੀ ਵੀਜ਼ੇ ਦੇ ਅਗੇਂਸਟ ਜਾਵਾਂ, ਮੈਂ ਹਰੇਕ ਵੀਜ਼ਾ ਕੰਡੀਸ਼ਨ ਨੂੰ ਓਬੇ ਕਰਾਂਗਾ। ਤੇ ਇਹਨਾਂ ਸਾਰਿਆਂ ਨੂੰ ਜਸਟੀਫਾਈ ਕਰਨ ਵਾਸਤੇ ਮੇਰੇ ਫਾਈਨੈਂਸ਼ੀਅਲ ਡਾਕੂਮੈਂਟਸ ਪਲੱਸ ਮੇਰੇ
नो ऑब्जेक्शन सर्टिफिकेट्स ਉਹ ਤੁਹਾਡੇ ਕੋਲ ਮੈਂ ਇਸ ਐਪਲੀਕੇਸ਼ਨ ਦੇ ਨਾਲ ਲਾ ਰਿਹਾ ਵਾ। ਪਲੱਸ ਮੈਨੂੰ ਫੈਮਿਲੀ ਸਪਾਂਸਰ ਕਰ ਰਹੀ ਹੈ, ਮੇਰੇ ਪੇਰੈਂਟਸ ਸਪਾਂਸਰ ਕਰ ਰਹੇ ਆ ਤੇ ਉਹਨਾਂ ਦੀ ਬੈਂਕ ਸਟੇਟਮੈਂਟ ਵੀ ਮੈਂ ਨਾਲ ਲਾ ਰਿਹਾ ਵਾ। ਇਹ ਸਾਰਾ ਕੁਝ ਤੁਸੀਂ ਲਿਖਣਾ ਤਾਂ ਕਿ ਉਹਨਾਂ ਨੂੰ ਲੱਗੇ ਕਿ ਹਾਂ ਵੀ ਬੰਦੇ ਕੋ ਫਾਈਨੈਂਸ਼ੀਅਲ ਵੀ ਜੈਨੂਇਨ ਆ ਤੇ ਉਹਦੇ ਫੈਮਿਲੀ ਟਾਈਜ਼ ਵੀ ਹੈਗੇ। ਇਹ ਤੁਸੀਂ ਕਵਰ ਲੈਟਰ 'ਚ ਮੈਂਸ਼ਨ ਕਰਨੇ ਆ, ਠੀਕ ਹੈ ਜੀ। ਸੋ ਇਹ ਸੀਗਾ ਮੋਟਾ ਸਟੂਡੈਂਟ ਕੀ ਕਰ ਸਕਦਾ। ਸਟੂਡੈਂਟ ਵਾਲੇ 'ਚ ਇੱਕ ਚੀਜ਼ ਮੈਂ ਹੋਰ ਦੱਸ ਦਵਾਂ ਕਿ ਤੁਸੀਂ ਕਿਉਂਕਿ ਤੁਸੀਂ ਕਮਾਉਂਦੇ ਨਹੀਂ ਹੋ ਤੇ ਤੁਹਾਡੀ ITR ਨਹੀਂ ਜਾਏਗੀ। ਹਾਂ, ਪਰ ਤੁਹਾਡੇ ਪੇਰੈਂਟਸ ਚੋਂ ਅਗਰ 1 ਸਾਲ ਦੀ ਜਾਂ 2 ਸਾਲ ਦੀ ਆਪਣੇ ਫਾਦਰ ਦੀ ਜਾਂ ਮਦਰ ਦੀ ਜਾਂ ਬਿਜ਼ਨਸ ਦੀ ITR ਲਾ ਦੋਗੇ, ਤੁਹਾਡੀ ਪ੍ਰੋਫਾਈਲ ਹੋਰ ਜ਼ਿਆਦਾ ਸਟਰੋਂਗ ਹੋ ਜਾਏਗੀ, ਠੀਕ ਹੈ ਜੀ। ਹੁਣ ਗੱਲ ਕਰਦੇ ਹਾਂ ਜੀ ਆਪਾਂ ਜੌਬ ਵਾਲਿਆਂ ਦੀ। ਜੌਬ ਵਾਲਿਆਂ ਦੀ ਪ੍ਰੋਫਾਈਲ ਬਹੁਤ ਹੀ ਵਧੀਆ ਪ੍ਰੋਫਾਈਲ ਮੰਨੀ ਜਾਂਦੀ ਹੈ ਜੇ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ, ਪਰ ਉਹਦੇ ਲਈ ਵੀ ਕੰਡੀਸ਼ਨਾਂ ਸੇਮ ਹੀ ਹੈ ਕਿ ਤੁਹਾਡੀ ਫਾਈਨੈਂਸ਼ੀਅਲ ਡਾਕੂਮੈਂਟਸ ਤੇ ਤੁਹਾਡੇ ਵਾਪਸ ਹੋਣ ਦੀ ਗਾਰੰਟੀ, ਇਹ 2 ਚੀਜ਼ਾਂ ਤੁਹਾਨੂੰ ਜ਼ਰੂਰ ਦੇਣੀਆਂ ਪੈਣੀਆਂ ਵਾ। ਪਹਿਲੇ ਆਪਾਂ ਕਰਦੇ ਹਾਂ ਗੱਲ ਬੈਂਕ ਸਟੇਟਮੈਂਟ ਤੋਂ ਸ਼ੁਰੂ। ਮੈਂ ਤੁਹਾਡੀ ਸੈਲਰੀ ਸਪੋਜ਼ ਕਰ ਰਿਹਾ ਕਿ 2 ਤਰੀਕ ਨੂੰ ਤੁਹਾਡੇ ਅਕਾਊਂਟ ਦੇ ਵਿੱਚ ਡਿੱਗ ਰਹੀ ਆ, ਠੀਕ ਹੈ। ਤੁਸੀਂ ਬੈਂਕ ਅਕਾਊਂਟ, ਪਹਿਲੀ ਤਾਂ ਗੱਲ ਇਹ ਹੈ ਜੇ ਤੁਸੀਂ ਕੈਸ਼ ਲੈਣੇ ਹੋ ਪਲੀਜ਼ ਉਹਨਾਂ ਨੂੰ ਰਿਕੁਐਸਟ ਕਰੋ ਕਿ ਤੁਹਾਡੇ ਬੈਂਕ ਅਕਾਊਂਟ 'ਚ ਸੈਲਰੀ ਪਵਾਵੇ। ਮੈਂ ਜਿਹੜਾ ਸ਼ੁਰੂ ਕੀਤਾ ਸੀ ਸਟੂਡੈਂਟ ਵਾਲਾ ਉਹਦੇ 'ਚ ਵੀ ਕਿਹਾ ਸੀ ਕਿ 6 ਲੱਖ ਤਾਂ ਮੰਨ ਕੇ ਚੱਲੋ ਕਿ ਤੁਸੀਂ 6 ਲੱਖ ਰੱਖਣਾ ਸ਼ੋ ਕਰਨਾ ਅਕਾਊਂਟ ਦੇ ਵਿੱਚ ਕਿ ਅਸੀਂ 6 ਲੱਖ ਸਾਡੇ ਕੋਲ ਹੈਗਾ, ਕਿ ਸਾਡਾ ਫਾਈਨੈਂਸ਼ੀਅਲ ਬਹੁਤ ਜ਼ਿਆਦਾ ਸਟਰੋਂਗ ਆ। ਕੋਈ ਵੀ ਸਟਰੋਂਗ ਪ੍ਰੋਫਾਈਲ ਵਾਸਤੇ 6 ਲੱਖ ਇਸ ਦੀ ਮਿਨੀਮਮ ਬੈਲੈਂਸ ਅੱਜ ਦੀ ਤਰੀਕ 'ਚ 2022 ਦੀ ਮੈਂ ਗੱਲ ਕਰ ਰਿਹਾ। 2023 'ਚ ਇਹਦਾ 10% ਹੋਰ ਉੱਪਰ ਲਾ ਦਿਓ। 2000 ਜਿੱਦਾਂ ਜਿਹੜੇ ਟਾਈਮ 'ਚ ਵੀ ਤੁਸੀਂ ਆ ਵੀਡੀਓ ਦੇਖ ਰਹੇ ਹੋ ਉਸ ਹਿਸਾਬ ਨਾਲ ਤੁਸੀਂ 2022 ਦੇ ਅਕੋਰਡਿੰਗ ਤੁਸੀਂ ਆਪਣਾ 10% 15% ਅਗਲੇ ਹਰ ਸਾਲ ਇਨਕਰੀਜ਼ ਮੰਨ ਕੇ ਚੱਲਿਓ, 20% ਤੱਕ ਮੰਨ ਕੇ ਚੱਲਿਓ ਕਿ ਇੰਨਾ ਤੁਹਾਨੂੰ ਬੈਂਕ ਬੈਲੈਂਸ ਸ਼ੋ ਕਰਨਾ ਪਏਗਾ, ਠੀਕ ਹੈ ਜੀ। ਸੋ ਉਹਦੇ ਵਾਸਤੇ ਕੀ ਹੈ ਕਿ ਜੇ ਤੁਸੀਂ ਅੱਜ ਤੋਂ 6 ਮਹੀਨੇ ਦੀ ਸਟੇਟਮੈਂਟ ਬਣਾਉਣੀ ਹੈ ਜਾਂ 3 ਮਹੀਨੇ ਦੀ ਸਟੇਟਮੈਂਟ ਬਣਾਉਣੀ, ਮੈਂ ਤਾਂ ਹਮੇਸ਼ਾ ਕਹਿੰਦਾ ਕਿ 6 ਮਹੀਨੇ ਦੀ ਸਟੇਟਮੈਂਟ ਬਣਾਓ, ਜੋ ਕਿ ਮੈਂ ਸਟੂਡੈਂਟ ਵਾਲੇ 'ਚ ਵੀ ਦੱਸਿਆ। ਸੋ 6 ਮਹੀਨੇ ਦੀ ਸਟੇਟਮੈਂਟ ਵਾਸਤੇ 4,70,000 ਦੇ ਲਾਗੇ ਛਾਗੇ ਤੁਸੀਂ ਸੇਵਿੰਗ ਅਕਾਊਂਟ ਦੇ ਵਿੱਚ ਸੁੱਟ ਲਓ, ਭਾਵੇਂ ਤੁਹਾਡੇ ਤੋਂ ਕਿਤੋਂ ਵੀ ਆਇਆ, ਡਜ਼ਨਟ ਮੈਟਰ, ਠੀਕ ਹੈ। ਤਾਂ ਤੁਹਾਡੀ ਸੇਵਿੰਗ ਹੈਗੀ ਤਾਂ ਵੈਲ ਐਂਡ ਗੁੱਡ, ਜੇ ਨਹੀਂ ਹੈਗੀ ਤਾਂ ਕਿਸੇ ਤੋਂ ਫੜੇ ਆ ਜਾਂ ਕੁਝ ਵੀ ਹੈ, ਤੁਸੀਂ ਸਟੇਟਮੈਂਟ ਬਣਾਉਣੀ ਹੈ 6 ਮਹੀਨਿਆਂ ਦੀ, ਠੀਕ ਹੈ। 4,70,000 ਰੁਪਇਆ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਜਾਂ 4,75,000 ਰੁਪਇਆ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਸੁੱਟ ਲੈਣਾ ਵਾ। ਜੇ ਨਹੀਂ ਤੇ 4.5 ਲੱਖ ਹੀ ਸੁੱਟ ਲਓ। ਚਲੋ ਇਹ ਜਿਹੜਾ 4.5 ਲੱਖ ਮੈਂ ਕਹਿ ਰਿਹਾ ਵਾਂ, ਜੇ 4,75,000 ਕਹਿ ਰਿਹਾ ਵਾਂ, ਇਹ ਮੈਂ ਕਹਿ ਰਿਹਾ ਵਾ 35,000 ਜਿਹਨਾਂ ਦੀ ਸੈਲਰੀ ਉਹਨਾਂ ਦੇ ਕਰੀਬ। ਜੇ ਤੁਹਾਡੀ ਸੈਲਰੀ 20,000 ਜਾਂ 25,000 ਹੈ ਫਿਰ ਤੁਸੀਂ 5 ਲੱਖ ਪਹਿਲੇ ਹੀ ਸੁੱਟ ਲਓ, ਠੀਕ ਹੈ। ਤਾਂ ਕਿ ਤੁਸੀਂ ਜੇ 20,000 ਸੈਲਰੀ ਹੈ ਤਾਂ ਤੁਸੀਂ ਆਪਣੇ ਖਰਚੇ 5,000 ਸ਼ੋ ਕਰਕੇ ਤੇ 15,000 ਆਪਣੇ ਅਕਾਊਂਟ 'ਚ ਸੇਵਿੰਗ ਦਿਖਾਓ, ਠੀਕ ਹੈ। ਜੇ ਤੁਹਾਡੇ 40,000 ਹੈ ਤਾਂ 10,000 ਖਰਚਾ, 20,000 ਦਾ ਡਬਲ ਆ। ਜੇ 40,000 ਆ ਤੇ ਤੁਹਾਡੇ ਖਰਚਾ ਤੁਸੀਂ 10,000 ਕਰਕੇ ਤੇ ਬਾਕੀ 30,000 ਸੇਵਿੰਗ ਦਿਖਾਓ। ਸੋ 4.5 ਲੱਖ ਨਾਲ ਆਪਾਂ ਕਰ ਲੈਂਦੇ ਆ। 4.5 ਲੱਖ ਤੁਸੀਂ ਅਕਾਊਂਟ 'ਚ ਪਾ ਲਿਆ। 2 ਤਰੀਕ ਤੋਂ ਆਪਾਂ 1 ਤਰੀਕ ਨੂੰ ਪਾ ਲਿਆ, ਆਪਾਂ 31 ਨੂੰ ਪਾਇਆ, ਡਜ਼ਨਟ ਰੀਲੀ ਮੈਟਰ। ਸਭ ਜਨਵਰੀ 2 ਤੋਂ ਸ਼ੁਰੂ ਕਰਨੀ ਹੈ ਸਟੇਟਮੈਂਟ ਤੇ ਜੁਲਾਈ ਦੇ 2 ਤਰੀਕ ਤੱਕ ਆਪਾਂ ਸਟੇਟਮੈਂਟ ਬਣਾਉਣੀ ਆ। 2 ਤਰੀਕ ਨੂੰ ਤੁਹਾਡੇ ਅਕਾਊਂਟ 'ਚ ਪੈਸੇ ਆਉਂਦੇ, 40,000 ਰੁਪਇਆ ਤੁਹਾਡੇ ਅਕਾਊਂਟ 'ਚ ਆ ਗਿਆ, ਠੀਕ ਹੈ। ਉਹ 'ਚੋਂ 10,000 ਤੁਸੀਂ ਆਪਣਾ ਐਕਸਪੈਂਸਿਸ ਦਿਖਾਉਣੇ ਆ। ਐਕਸਪੈਂਸਿਸ ਉਹੀ ਤੁਹਾਡੇ ਟਰੈਵਲ ਦੇ, ਜੋਬ ਤੇ ਆਉਣ ਦੇ, ਜੋਬ ਤੇ ਤੁਸੀਂ ਕੱਪੜੇ ਲੈਣੇ ਹੋ ਜਾਂ ਕੁਝ ਵੀ ਛੋਟੇ ਐਕਸਪੈਂਸਿਸ ਜਿੰਨੇ ਵੀ ਡੇਲੀ ਦੇ, ਪੈਟਰੋਲ ਦੇ, ਉਹ ਸਾਰੇ ਰਿਚਾਰਜਸ, ਤੁਹਾਡੇ ਟੀਵੀ ਦੇ ਸਬਸਕ੍ਰਿਪਸ਼ਨਾਂ, ਉਹ ਸਾਰੀਆਂ ਆਨਲਾਈਨ ਸ਼ੋ ਕਰੋ, ਉਸ ਅਕਾਊਂਟ 'ਚ ਸ਼ੋ ਕਰੋ। 10,000 ਜੇ ਤੁਸੀਂ 40,000 ਕਮਾਉਣੇ, 10,000 ਤੁਹਾਡਾ ਅਕਾਊਂਟ 'ਚ ਹੋਣਾ ਚਾਹੀਦਾ। ਇਹ ਨਹੀਂ ਕਿ ਉਹ ਇੱਕੋ ਹਫ਼ਤੇ 'ਚ ਹੋ ਜੇ, ਉਹ ਹਰੇਕ ਵੀਕ 'ਚ ਵੰਡੇ ਹੋਣੇ ਚਾਹੀਦੇ। ਹਾਂ, ਸਬਸਕ੍ਰਿਪਸ਼ਨਾਂ ਤੁਹਾਡੀਆਂ ਹਰੇਕ ਮਹੀਨੇ ਸੇਮ ਡੇਟ 'ਚ ਆਉਣਗੀਆਂ, ਕੋਈ ਪ੍ਰੋਬਲਮ ਨਹੀਂ ਹੈ। ਪਰ ਜਿਹੜੇ ਜਿੱਦਾਂ ਰੈਗੂਲਰ ਖਰਚੇ, ਪੈਟਰੋਲ ਭਰਾ ਲਿਆ ਜੀ, ਡੀਜ਼ਲ ਭਰਾ ਲਿਆ, ਜੋ ਕੁਝ ਵੀ ਆ, ਜਾਂ ਕੋਈ ਚੀਜ਼ ਲੈ ਲਈ, ਸਬਜ਼ੀਆਂ ਖਰੀਦ ਲੀਆਂ ਜਾਂ ਕੁਝ, ਇਹ ਤੁਹਾਡੇ ਹਰ ਹਫ਼ਤੇ ਚੱਲਦੇ ਆਣੇ ਚਾਹੀਦੇ ਆ, ਠੀਕ ਹੈ ਜੀ। 10,000 ਖਰਚਾ ਗਿਆ ਤੁਹਾਡਾ, 10,000 ਤੋਂ ਵੱਧ ਨਾ ਖਰਚੋ, ਮਤਲਬ 9900 ਹੋ ਗਿਆ, 10,100 ਹੋ ਗਿਆ, ਉਹਦਾ ਕੋਈ ਚੱਕਰ ਨਹੀਂ। ਮਤਲਬ ਇਹ ਨਾ ਹੋਵੇ ਕਿ ਤੁਸੀਂ ਸਿੱਧਾ 11,000 ਕਰ ਰਹੇ ਹੋ, ਕਿਸੇ ਮਹੀਨੇ 'ਚ 4,000 ਕਰ ਰਹੇ ਹੋ, ਬਰਾਬਰ ਜਿਹਾ ਖਰਚਾ ਹੋਣਾ ਚਾਹੀਦਾ ਹਰ ਮਹੀਨੇ। ਸੋ ਤੁਹਾਡਾ 10,000 ਖਰਚੇ ਗਿਆ, 30,000 ਤੁਹਾਡੀ ਸੇਵਿੰਗ ਹੋਈ, 4.5 ਲੱਖ ਤੁਹਾਡੇ ਆਲਰੇਡੀ ਸੀ, 4,80,000 ਹੋ ਗਿਆ ਅਗਲੀ 2 ਤਰੀਕ ਨੂੰ, ਠੀਕ ਹੈ। ਸੇਮ ਅਗਲਾ ਮਹੀਨਾ ਗਿਆ, ਉਹ 5,10,000 ਹੋ ਗਿਆ ਦੂਜੇ ਮਹੀਨੇ। ਫਿਰ ਅਗਲੇ ਮਹੀਨੇ ਗਏ ਜੀ 5,40,000 ਹੋ ਗਿਆ 3 ਮਹੀਨੇ। ਫਿਰ ਅਗਲੇ ਮਹੀਨੇ ਗਏ ਜੀ 5,70,000 ਹੋ ਗਿਆ ਜੀ 4 ਮਹੀਨੇ। ਫਿਰ ਅਗਲੇ ਮਹੀਨੇ ਗਏ ਜੀ, ਉਸ ਤੋਂ ਬਾਅਦ 5ਵੇਂ ਮਹੀਨੇ 6,10,000 ਹੋ ਗਿਆ। 6,40,000 ਤੱਕ ਤੁਸੀਂ 6ਵੇਂ ਮਹੀਨੇ ਪਹੁੰਚ ਜੂਗੇ। ਜੇ ਤੁਸੀਂ 6 ਲੱਖ ਤੱਕ ਵੀ ਪਹੁੰਚਦੇ ਹੋ, ਮੋਰ ਦੈਨ, 6 ਤੋਂ ਘੱਟ ਵੀ ਹੈ ਜਿਹੜੇ 20,000 ਵਾਲੇ, ਜੇ 80 ਵੀ ਪਹੁੰਚਦੇ ਆ, ਮੋਰ ਦੈਨ ਇਨਫ ਆ।
फाइनैशियल वास्ते, पर वो तुहाडी एक रेगुलरिटी बन गई ना। 6 महीने ते तुहाडे एक्सपेंसिस भी आ रहे, तुहाडे सारे तुहाडी सेविंग भी शो हो रही है कि हाँ बई बंदा जेन्युइनली सेव कर रहा है। इदा स्टेटमेंट बनानी है तुसी अपनी, ठीक है जी। ये तो हो गई तुहाडी फाइनैशियल दी गल। दूजी गल, हुण उन्हां नूं यकीन दिवाउणा कि तुसी वापस आओगे, तुसी उन्हां दे देश च नहीं रहोगे, ठीक है। वो किद्दां दिवाउणा, उहदे लई आ ध्यान नाल सुन लो। पहली ते गल ये, अपने जिहड़े इंपलॉय आ उन्हां तुसी लैटर लिखवाओ कि हाँ बई ये बंदा इत्थे काम कर रहा है, इन्नी इहदी सैलरी आ, ठीक है जी, ते ये बंदा इन्ने सालां तो इत्थे काम कर रहा वा, ਇਹਦੇ ਇੰਨੇ ਸਾਲਾਂ ਦਾ ਕੰਟਰੈਕਟ ਹੈਗਾ। ਜੇ ਕੰਟਰੈਕਟ ਤੁਹਾਡਾ ਨਹੀਂ ਵੀ ਹੈਗਾ ਨਾ ਤਾਂ ਵੀ ਉਹਨਾਂ ਨੂੰ ਲਿਖਵਾ ਲਓ, ਕਹਿ ਕੇ ਕਿ ਪਲੀਜ਼ ਲਿਖ ਦਿਓ, ਉਹਦਾ ਵੀਜ਼ਾ ਮਿਲਣਾ ਔਖਾ ਹੋ ਜਾਂਦਾ। ਕੰਟਰੈਕਟ ਤੁਸੀਂ ਆਪਣੇ 2-2 ਸਾਲ ਦਾ ਦਿਖਾਓ। ਅੱਜ ਦਾ ਜੇ ਮੰਨ ਲਓ ਤੁਸੀਂ ਜੁਲਾਈ 'ਚ ਜਾਣਾ, ਜੁਲਾਈ 2023 'ਚ ਜਾਣਾ ਜਾਂ ਠੀਕ ਹੈ ਨਾ, ਤੁਸੀਂ ਉਸ ਤੋਂ ਸਾਲ ਹੋਰ ਵੱਧ ਦਾ ਕੰਟਰੈਕਟ ਦਿਖਾਓਗੇ। ਇਹ ਸਾਲ ਉਸ ਤੋਂ ਬਾਅਦ ਵੀ ਵੱਧ ਕੰਮ ਪਿਆ ਹੈ ਤਾਂ 2 ਸਾਲ ਦਾ ਕੰਟਰੈਕਟ ਦਿਖਾ ਦਿਓ, 3 ਸਾਲ ਦਾ ਦਿਖਾ ਦਿਓ, ਤਾਂ ਕਿ ਉਹਨਾਂ ਨੂੰ ਲੱਗੇ ਕਿ ਹਾਂ ਬਈ ਵਾਕਈ ਇਹਦੇ ਕੋਲ ਕੰਟਰੈਕਟ ਹੈਗਾ ਵਾ, ਠੀਕ ਆ ਜੀ, ਜੌਬ ਕੰਟਰੈਕਟ ਹੈਗਾ, ਇਹਦੇ ਤੋਂ 3 ਸਾਲ ਇਹਨੂੰ ਕਰਨੀ ਪੈਣੀ। ਉਹ 'ਚ ਕੰਡੀਸ਼ਨ ਲਿਖ ਦਿਓ, ਲਿਖਵਾ ਦਿਓ ਕਿ ਹਾਂ ਬਈ ਅਗਰ ਇਹ ਜੌਬ ਛੱਡਦਾ ਤੇ ਇਹਨੂੰ ਕੌਨਸੀਕੁਐਂਸਿਸ ਫੇਸ ਕਰਨੇ ਪੈਣੇ, ਇਹਨੂੰ ਇੰਨੇ ਚਾਰਜਸ ਦੇਣੇ ਪੈਣੇ, ਪਲੱਸ ਇਹਦੇ ਤੇ ਕੋਰਟ ਕੇਸ ਵੀ ਹੋ ਸਕਦਾ। ਇਹ ਜੌਬ ਕੰਟਰੈਕਟ 'ਚ ਲਿਖਿਆ ਹੁੰਦਾ। ਬੇਸਿਕਲੀ ਅੱਜ ਕੱਲ੍ਹ ਜਿੰਨੇ ਵੀ ਚੱਲਦੇ ਆ ਜੌਬ ਕੰਟਰੈਕਟ, ਉਹਨਾਂ ਵਿੱਚ ਇਹ ਲਿਖਿਆ ਹੁੰਦਾ। ਤੁਸੀਂ ਉਹ ਬਣਵਾਓ, ਠੀਕ ਆ। ਉਹਦੇ ਨਾਲ ਗਰੰਟੀ ਹੋ ਜਾਂਦੀ ਕਿ ਇਹ ਬੰਦਾ ਛੱਡ ਕੇ ਨਹੀਂ ਭੱਜ ਸਕਦਾ, ਇਹ ਆਪਣੀ ਜੌਬ ਇਹਨੂੰ ਕਰਨੀ ਹੀ ਪੈਣੀ ਹੈ। ਤੁਸੀਂ ਆਪਣਾ ਜੌਬ ਕੰਟਰੈਕਟ ਲਾਉਣਾ ਵਾ, ਪਲੱਸ ਤੁਸੀਂ ਆਪਣੀ NOC ਲਾਉਣੀ ਆ, ਜਿਹੜੀ ਕੰਪਨੀ ਨੂੰ ਕੋਈ ਇਤਰਾਜ਼ ਨਹੀਂ ਆ। 2 ਹਫ਼ਤੇ ਦੀ ਛੁੱਟੀ ਤੇ ਚੱਲੇ ਹੋ ਤੁਸੀਂ, ਕੰਪਨੀ ਨੂੰ ਕੋਈ ਇਤਰਾਜ਼ ਨਹੀਂ, ਕੰਪਨੀ ਲਿਖ ਕੇ ਦੇਵੇਗੀ ਤੁਹਾਨੂੰ ਕਿ ਹਾਂਜੀ ਇਹ ਬੰਦਾ ਵਾਪਸ ਆ ਕੇ ਤੁਹਾਡੇ ਤੋਂ ਕੰਮ ਕਰੂਗਾ, ਤੁਹਾਡਾ ਇੰਪਲੋਇਰ ਤੁਹਾਨੂੰ ਲਿਖ ਕੇ ਦੇਗਾ, ਠੀਕ ਹੈ। ਇਹ 2 ਲੈਟਰ ਜ਼ਰੂਰ ਲਾਉਣੇ, ਇੱਕ ਜੌਬ ਕੰਟਰੈਕਟ ਪਲੱਸ ਨੋ ਆਬਜੈਕਸ਼ਨ ਲੈਟਰ NOC, ਇਹ ਜ਼ਰੂਰ ਲਾਉਣੀ ਆ, ਜਾਂ ਲੀਵ ਲੈਟਰ ਜਿਹਨੂੰ ਤੁਸੀਂ ਕਹਿ ਸਕਦੇ ਹੋ, ਠੀਕ ਹੈ ਜੀ। ਇਹ ਦੋਨੇ ਲਾਤੀਆਂ। ਤੀਜਾ ਤੁਸੀਂ ਲਾਉਣਾ ਜੀ ਕਵਰ ਲੈਟਰ, ਜਿਹਦੇ ਵਿੱਚ ਆਪਣੀ ਸਾਰੀ ਇੰਟੈਂਸ਼ਨ ਤੁਸੀਂ ਦੱਸਣੀ ਹੈ ਕਿ ਹਾਂ ਸਿਰਫ ਮੈਂ ਘੁੰਮਣ ਵਾਸਤੇ ਜਾ ਰਿਹਾ, ਘੁੰਮਣ ਤੋਂ ਇਲਾਵਾ ਮੇਰਾ ਕੁਛ ਨਹੀਂ ਹੈਗਾ। ਉਹਦੇ 'ਚ ਕਿੱਦਾਂ ਸ਼ੁਰੂ ਕਰਨਾ ਜੀ, ਹਾਂਜੀ ਮੇਰਾ ਨਾਮ ਆ ਜੀ, ਮੈਂ ਇਸ ਕੰਟਰੀ ਦਾ ਰਹਿਣ ਵਾਲਾ, ਆ ਮੇਰਾ ਪਾਸਪੋਰਟ ਨੰਬਰ ਆ, ਠੀਕ ਹੈ ਜੀ। ਮੈਂ ਤੁਹਾਡੀ ਕੰਟਰੀ ਇੰਨੇ ਤੋਂ ਇੰਨੀ ਤਰੀਕ ਘੁੰਮਣਾ ਚਾਹੁੰਦਾ ਵਾ, ਮੈਂ ਇੱਥੇ ਕੰਮ ਕਰਦਾ ਜੀ, ਇੰਨੇ ਸਾਲਾਂ ਤੋਂ ਕੰਮ ਕਰ ਰਿਹਾ ਵਾਂ, ਇੰਨੀ ਮੇਰੀ ਪੇ ਵਾ, ਤੇ ਹਰ ਮਹੀਨੇ ਇੰਨੇ ਮੈਂ ਸੇਵ ਕਰਦਾ ਵਾਂ, ਇੰਨੇ ਮੇਰੇ ਐਕਸਪੈਂਸਿਸ ਆ, ਤੇ ਮੈਂ ਤੁਹਾਡੇ ਦੇਸ਼ ਵਿੱਚ ਆ ਜਗ੍ਹਾਵਾਂ ਤੇ ਘੁੰਮਾਂਗਾ, ਤੇ ਇਹਦੀ ਫੁੱਲ ਆਈਟਨਰੀ ਮੈਂ ਇੱਕ ਸੈਪਰੇਟ ਬਣਾ ਕੇ ਇਸ ਫਾਈਲ ਦੇ ਨਾਲ ਅਟੈਚ ਕਰ ਰਿਹਾ ਵਾਂ। ਉਹ ਆਈਟਨਰੀ ਤੁਸੀਂ ਕਵਰ ਲੈਟਰ 'ਚ ਵੀ ਇਨਕਲੂਡ ਕਰ ਸਕਦੇ ਹੋ, ਸੈਪਰੇਟ ਵੀ ਬਣਾ ਸਕਦੇ ਹੋ। ਆਈਟਨਰੀ ਪਹਿਲੇ ਮੈਂ ਦੱਸ ਦੇਵਾਂ। ਆਈਟਨਰੀ ਦੇ ਵਿੱਚ ਤੁਹਾਡੇ ਜੇ ਮੰਨ ਲਓ ਤੁਸੀਂ 12 ਦਿਨ ਦੀ ਬਣਾਈ ਹੈ, ਜਿਹੜੇ ਦੇਸ਼ ਜਾ ਰਹੇ ਹੋ, ਜਿਹੜੀ ਕੰਟਰੀ ਜਾ ਰਹੇ ਹੋ, ਉੱਥੇ ਰੀਅਲ 'ਚ ਫੇਮਸ ਜਗ੍ਹਾਵਾਂ ਕਿਹੜੀਆਂ, ਜਿਹੜੇ ਆਮ ਟੂਰਿਸਟ ਉੱਥੇ ਆ ਕੇ ਘੁੰਮਦੇ ਨੇ, ਉਹ ਜਗ੍ਹਾਵਾਂ ਚੱਕੋ, ਠੀਕ ਹੈ। ਇਹ ਨਹੀਂ ਕਿ ਕਾਪੀ ਪੇਸਟ ਮਾਰੋ, ਉਹਦੇ ਬਾਰੇ ਸਰਚ ਕਰੋ ਥੋੜੀ ਜਿਹੀ ਕਿ ਹਾਂ ਵੀ ਇਹ ਕਾਹਦੇ ਲਈ ਫੇਮਸ ਆ। ਫਿਰ ਉਹ ਆਪਣੀ ਆਈਟਨਰੀ 'ਚ ਲਿਖੋ ਕਿ ਫਲਾਨੀ ਤਰੀਕ ਨੂੰ, ਜਦੋਂ ਮੰਨ ਲਓ 4 ਜੁਲਾਈ ਨੂੰ ਮੈਂ ਇੱਥੇ ਲੈਂਡ ਹੋ ਰਿਹਾ ਜੀ, 4 ਜੁਲਾਈ ਨੂੰ ਮੈਂ ਹੋਟਲ 'ਚ ਰਹੂੰਗਾ, ਹੋਟਲ ਦਾ ਉਹਦਾ ਰਿਸਰਚ ਕਰ ਲਓ ਕਿ ਇਸ ਜਗ੍ਹਾ। ਜੇ ਉਹਨਾਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਕਿ ਹੋਟਲ ਬੁਕਿੰਗ ਨਹੀਂ ਲਾਉਣੀ ਤੇ ਫਿਰ ਕੋਈ ਚੱਕਰ ਨਹੀਂ, ਜੇ ਲਾਉਣੀ ਹੈ ਤੇ ਫਿਰ ਉਹ ਹੋਟਲ ਦਾ ਨਾਂ ਤੁਹਾਡੀ ਆਈਟਨਰੀ 'ਚ ਹੋਣਾ ਚਾਹੀਦਾ, ਠੀਕ ਹੈ, ਜਿਹੜਾ ਤੁਸੀਂ ਬੁੱਕ ਕੀਤਾ। ਪਲੱਸ ਉਸ ਤੋਂ ਬਾਅਦ ਉੱਥੇ ਲਾਗੇ ਜਿਹੜੀਆਂ ਫੇਮਸ ਜਗ੍ਹਾਵਾਂ ਹੈਗੀਆਂ, ਟੂਰਿਸਟ ਸਪੋਟ ਹੈਗੀਆਂ, ਹਰ ਦਿਨ 1 ਜਾਂ 2 ਟੂਰਿਸਟ ਸਪੋਟ ਹੋਵੇ। ਪਲੱਸ ਜੇ ਤੁਸੀਂ ਪਹਿਲੇ ਦਿਨ ਲੈਂਡ ਹੋਏ ਆ, ਦੂਜੇ ਦਿਨ ਤੁਹਾਡੀ ਟੂਰਿਸਟ ਸਪੋਟ ਤੋਂ ਤੁਹਾਡੀ ਹੋਵੇ, ਉਹਦੇ ਵਿੱਚ ਲਿਖੀ ਕਿ ਅੱਜ ਇਸ ਜਗ੍ਹਾ ਤੇ ਘੁੰਮਣ ਜਾਵਾਂਗੇ, ਇਸ ਜਗ੍ਹਾ ਤੇ ਘੁੰਮਣ ਜਾਵਾਂਗੇ। ਸਭ ਤੋਂ ਬੈਸਟ ਆਈਟਨਰੀ ਉਹ ਹੁੰਦੀ ਹੈ ਜਿਹਦੇ ਵਿੱਚ ਤੁਹਾਨੂੰ ਪੂਰਾ ਉਸ ਲੋਕੇਸ਼ਨ ਦਾ ਟਾਈਮ ਪਤਾ ਕਿ ਹਾਂ ਬਈ ਇੱਥੇ ਇੰਨੇ ਤੋਂ ਇੰਨੇ ਖੁੱਲਦੀ ਆ ਤੇ ਇਹਦੀ ਟਿਕਟ ਪ੍ਰਾਈਸ ਇੰਨਾ ਵਾ। ਉਹ ਜੇ ਤੁਸੀਂ ਨਾਲ ਲਿਖ ਦੂੰਗੇ ਉਹ ਬਹੁਤ ਵਧੀਆ ਚੀਜ਼ ਆ। ਉਹ ਮੈਂ ਸਮਝਾਉਂਗਾ ਕਾਹਦੇ ਵਾਸਤੇ, ਐਂਡ 'ਚ ਇਹਦੇ ਦੱਸਦਾ ਮੈਂ। ਤੇ ਇਹ ਲਿਖਤਾ। ਤੀਜੇ ਦਿਨ ਤੁਸੀਂ ਫੇਰ ਕੋਈ ਜਗ੍ਹਾ ਦਾ ਲਿਸਤੀ। ਚੌਥੇ ਦਿਨ ਰੈਸਟ ਜ਼ਰੂਰ ਦਿਖਾਉਣੀ ਹੈ ਕਿ ਹਾਂ ਵੀ ਮੈਂ ਰੈਸਟ ਕਰ ਰਿਹਾ, ਮੈਂ 2 ਦਿਨ ਘੁੰਮ ਲਿਆ, ਹੁਣ ਮੈਂ 1 ਦਿਨ ਰੈਸਟ ਕਰੂੰਗਾ, ਕਿਤੇ ਨਹੀਂ ਘੁੰਮਣ ਜਾ ਰਿਹਾ। ਫਿਰ 5ਵੇਂ ਦਿਨ ਮੈਂ ਫਲਾਨੀ ਸ਼ਹਿਰ ਜਾ ਰਿਹਾ ਵਾ, ਉੱਥੇ ਜਾ ਕੇ ਹੋਟਲ ਚੈੱਕ ਇਨ ਕਰੂੰਗਾ, ਜਾਂ ਸੇਮ ਸ਼ਹਿਰ 'ਚ ਰਹਿ ਰਿਹਾ ਫਿਰ ਫਲਾਨੀ ਜਗ੍ਹਾ ਘੁੰਮਣ ਜਾ ਰਿਹਾ। ਸੋ ਏਦਾਂ 12 ਦਿਨਾਂ ਦੀ ਤੁਹਾਡੀ ਆਈਟਨਰੀ ਹੋਣੀ ਚਾਹੀਦੀ, ਵਿੱਚ 2 ਜਾਂ 3 ਦਿਨ ਦੇ ਰੈਸਟ ਜ਼ਰੂਰ ਹੋਣੇ ਚਾਹੀਦੇ ਆ। ਇਹ ਤੁਹਾਨੂੰ ਕੋਈ ਨਹੀਂ ਦੱਸੇਗਾ, ਤੁਹਾਨੂੰ ਸਾਰੇ ਕਾਪੀ ਪੇਸਟ ਕਰਕੇ ਦੇ ਦੇਣਗੇ ਕਿ ਹਾਂ ਬਈ ਫਲਾਨੀ ਜਗ੍ਹਾ ਜਾਣਾ ਜੀ, ਮੈਂ ਫਲਾਨੀ ਜਗ੍ਹਾ ਜਾਣੀ ਜੀ, ਫਲਾਨੀ ਜਗ੍ਹਾ। ਬਰੋ ਤੁਹਾਨੂੰ ਰੈਸਟ ਵੀ ਪਾਉਣੀ ਆ, ਤੁਸੀਂ ਉਸ ਲੋਕੇਸ਼ਨ ਬਾਰੇ ਵੀ ਲਿਖਣਾ ਕਿ ਹਾਂ ਬਈ ਇੱਥੇ ਮੈਂ ਆਹ ਦੇਖੂੰਗਾ, ਉਹ ਰਿਸਰਚ ਕਰ ਲਓ ਤੁਸੀਂ, ਠੀਕ ਹੈ, ਕਿ ਆਹ ਦੇਖਣ ਵਾਲੀ ਚੀਜ਼ ਆ, ਇੱਥੇ ਮੈਂ ਆਹ ਦੇਖਣਾ ਚਾਹੂੰਗਾ, ਠੀਕ ਹੈ। ਇਹਦੀ ਪ੍ਰਾਈਸ ਇੰਨਾ ਵਾ, ਇਹਦਾ ਪ੍ਰਾਈਸ ਇੰਨਾ ਵਾ। ਜੇ ਉਸ ਤੋਂ ਵੀ ਡਿਟੇਲ ਬਣਾ ਸਕਦੇ ਹੋ, ਜਿੱਦਾਂ ਮੰਨ ਲਓ ਤੁਹਾਡੇ ਹੋਟਲ ਤੋਂ ਇੰਨੀ ਦੂਰ ਆ, ਇੰਨਾ ਟਾਈਮ ਲੱਗਦਾ ਵਾ, ਇੰਨੇ ਵਜੇ ਮੈਂ ਹੋਟਲ ਚੱਲੂੰਗਾ, ਇੰਨੇ ਵਜੇ ਮੈਂ ਉੱਥੇ ਪਹੁੰਚੂੰਗਾ। ਸੋ
इदा की आइटनरी होनी चाहिए। ये नहीं कि अज मैं इत्थे गया चल खत्म, वो नहीं, इदा प्रॉपर आइटनरी बनती है तुहाडी। ठीक है जी, प्रॉपर आइटनरी बनाओगे तो फिर ही ये चीज़ तुहाडी कवर लैटर नूं सपोर्ट करेगी। जिहड़ी मैं प्राइजेस की गल की, जे तुसीं वो लिख दोगे एट द एंड ऑफ द आइटनरी तुहाडे कोल एक आइडिया हो जाऊगा कि हाँ बई मान लो तुहाडा $1000 या €1000 लग गया इन्हां सारे एडवेंचर ते, टैक्सी दे फेयर हो गए, तुहाडी टिकटां हो गईयां, €1000 हो गया। तो अगले नूं जिहड़ा तुहाडी फाइल देख रहा उन्होंने लग जू पता कि यार इस बंदे ने इन्नी वधिया रिसर्च की, उन्होंने टैक्सी दे फेयर भी दस्से नाल 1000 दस्सिया, उहदा खर्चा सारा 2 हफ्ते का €1000 आ, प्लस उहदे खाण पीण दे एक्सपेंस अलग होणगे। मतलब कुल मिला के €1500 लग रहा है, तुहाडे अकाउंट च ₹6 लाख पिया वा। €1500 हो गया मतलब ₹1,40,000। तो सो बहुत वधिया प्रोफाइल है, बहुत थोड़ा मतलब वधिया घूम रहा, पैसे भी ला रहा, पर इस तो सेविंग भी बाद विच बच रही है। इस करके मैं कहना हुन्ना कि उन्होंने आइडिया दे दो कि हाँ भी मैं इन्ने पैसे खर्चूंगा, इस करके आइटनरी च लिखण नूं कह रहा सी। ठीक है जी, कवर लैटर दे विच तुसीं ये मैंशन कर दोगे हाँ मैं फलानी जगह जॉब करदा, मैं इन्ने टाइम तो जॉब करदा, आ मेरा जॉब कॉन्ट्रैक्ट है, मैं बाउंड है इस कंपनी दे नाल इन्ने टाइम वास्ते, मैं सिर्फ 2 हफ्ते की लीव वास्ते तुहाडा देश घूमना चाहुंदा, आके मैं ज्वाइन करूंगा वापस यही जॉब। तो जो मैं इस जॉब च बहुत खुश हाँ, मेरी वधिया सैलरी आ। जे तुसीं फैमिली हैगी आ तुहाडी, तुसीं मैंशन करो मेरी फैमिली इत्थे है, मैं उहनां लई उहनां नाल रह रहा वा, साडी इनकम वधिया वा, असीं वधिया अपनी लाइफ जी रहे हैं, ये लिखो उहदे विच कि वी आर हैप्पी विद द रनिंग्स एंड वी आर लिविंग ए वेरी गुड लाइफ हेयर। तो साडी कोई इंटेंशन नहीं किते होर जाके रहन दी। ठीक है जी, मैं अपने काम तो बहुत खुश हाँ, मैनू इत्थे एक रैकगनाइजेशन, इन्ने साल तो मैं काम कर रहा वा, अपनी होम कंट्री च काम कर रहा, अपनी लैंगुएज बोलते हैं असीं, ते सानू इस तो वधिया इन्वायरमेंट कोई है ही नहीं होर किसी देश च जाके देखना। साडी सारी पुश्तां तो लैके हुण तक असीं इत्थे ही रह रहे हैं, ते साडी कोई इंटेंशन नहीं किते होर जाके, ये तुसीं कवर लैटर विच मैंशन करना वा। ठीक है जी, उस तो बाद तुसीं लिखना वा कि हाँ भी इस चीज़ नूं प्रूव करने वास्ते मैं अपने सारे फाइनैंशियल्स ला रहा, जो कि हैगियां 6 महीने की बैंक स्टेटमेंट ला रहा वा। ठीक है जी, मैं अपने जॉब कॉन्ट्रैक्ट लैटर ला रहा वा, NOC लैटर ला रहा वा, प्लस मैं अपना कवर लैटर दे नाल आइटनरी ला रहा कि मैं इत्थे जावांगा विद ऑल द एक्सपेंसिस इनकलूडिड कि इन्ने होणगे, उहदे विच भी प्लस माइनस 500 दा रख के चल रहा वा। सो ये चीज़ तुसी कवर लैटर च लिखनी है, तो एंड च लिखना कि हाँ बई मैं वीजे दी हर कंडीशन पालना करूंगा ते ओबे करूंगा, ते मेरी इंटेंशन जेन्युइन है, मेरे माँ प्यो पिछे बैठे ने, मेरी फैमिली है पिछे, मेरा घर है, मैं इन्हां कोल वापस आऊंगा, मेरी जॉब है जो कि अटमोस्ट इंपोर्टेंट है मेरे वास्ते, मैं आके फिर इत्थे ज्वाइन करना वा। सो ये चीज़ लिख के तुसी कवर लैटर क्लोज करना वा। जॉब प्रोफाइल वास्ते एक चीज़ मैं होर ऐड करदा, ITR जिहड़ी कि बहुत जरूरी है किसी भी देश च तुसीं लाउने हो। तुहाडी ITR तुहाडी पे दे अकॉर्डिंग होनी चाहिए। जे तुसीं 40,000 पर मंथ कमा रहे हो तो 12 महीनों का वो हो गया लगभग 12/48 4,80,000 के लागे छागे। सो 4,80,000 की ITR तुहाडी होनी चाहिए है, वो मैच करदी होनी चाहिए है। तो रिकमेंडेड यही है कि पिछले 2 साल की ITR तुहानूं लाउणी चाहिए है। जे 2 साल की ला सकते हो तो वैल एंड गुड। तो जे कोई कहते हैं कि भाजी मेरी 20,000 ही है तो वो तो सिर्फ 2,40,000 बनया, कोई गल नहीं वीर जी, जिन्ना तुसीं कमा रहे हो तुसीं ला सकते हो क्योंकि तुसीं टूरिस्ट वीज़ा ला रहे हो। अगर फिर भी लगता तुहानूं कि तुहाडी ITR घट आ, ठीक है, रिकमेंडेड के हिसाब नाल तो चलिए, जे स्ट्रोंग टू स्ट्रोंग प्रोफाइल दिखानी है तो 7 ਤੋਂ 8 लाख की ITR होनी चाहिए, पर वो तुहाडे जॉब के अकॉर्डिंग तुहाडी पे के अकॉर्डिंग नहीं हो सकती। फिर तुसीं की हल आ वो तुहानूं मैं बिजनेस वाले च दसूंगा। फिर तुसीं अपना एक बिजनेस शो कर सकते हो कि हाँ भी जे कोई तुहाडा ऑलरेडी कोई फैमिली बिजनेस हैगा तुसीं ओहदी भी इनकम भी शो कर सकते हो। तो हुण आपां कैटेगरी नंबर 3 बिजनेस की गल करांगे। प्रोफाइल दी बिजनेस प्रोफाइल च मैं मंनदा तुहाडे कोल अगर बिजनेस रनिंग च हैगा वा ते तुहाडे कोल उद्यम सर्टिफिकेट होਊ ਜਾਂ MSME ਹੋਊਗਾ ਜਾਂ ਤੁਹਾਡੇ ਕੋਲ GST ਸਰਟੀਫਿਕੇਟ ਵਗੈਰਾ ਹੋਊਗਾ। ਸੋ ਬਿਜ਼ਨਸ ਰਜਿਸਟ੍ਰੇਸ਼ਨ ਸਰਟੀਫਿਕੇਟਸ ਤੁਹਾਡੇ ਕੋਲ ਹੋਣਗੇ, ਇਹ ਮੈਂ ਉਮੀਦ ਕਰਦਾ। ਜੇ ਨਹੀਂ ਹੈਗੇ ਤੇ ਇਹ ਬਣਵਾ ਲਓ, ਠੀਕ ਹੈ। ਪਲੱਸ ਤੁਹਾਡੇ ਕੋਲ ਬੈਂਕ ਅਕਾਊਂਟ ਹੋਊਗੇ ਜੋ ਕਿ ਇੱਕ ਕਰੰਟ ਹੋਊਗਾ ਤੇ ਇੱਕ ਹੋਊਗਾ ਸੇਵਿੰਗਸ। ਕਰੰਟ ਅਕਾਊਂਟ ਜਿਹਨਾਂ ਦਾ ਬਿਜ਼ਨਸ ਹੈਗਾ ਉਹਨਾਂ ਨੂੰ ਪਤਾ ਕਰੰਟ ਅਕਾਊਂਟ ਵਿੱਚ ਅਸੀਂ ਰੈਗੂਲਰ ਟ੍ਰਾਂਜੈਕਸ਼ਨਸ ਕਰੀਦੀਆਂ ਵਾ ਬਿਜ਼ਨਸ ਰਿਲੇਟਡ, ਤੇ ਸੇਵਿੰਗਸ ਜਿਹੜੀ ਤੁਹਾਡੀ ਆਪਣੀ ਸੇਵਿੰਗਸ ਹੋਊਗੀ ਉਹ ਹੁੰਦੀ ਹੈ। ਤੁਸੀਂ ਆਪਣੀ ਬੈਂਕ ਸਟੇਟਮੈਂਟ ਕਿੱਦਾਂ ਬਣਾਉਣੀ ਆ, ਇਹਦੇ ਵਿੱਚ ਵੀ ਉਦਾਂ ਹੀ ਸੇਮ ਟ੍ਰਾਂਜੈਕਸ਼ਨਸ ਕਰਨੀਆਂ ਪੈਣੀਆਂ। आई नो कि ਇਹਦੇ ਵਿੱਚ ਇੱਕ ਸਰਟਨ ਇਨਕਮ ਨਹੀਂ ਆਉਂਦੀ ਜਿੱਦਾਂ ਸਟੂਡੈਂਟ ਜਾਂ ਜੌਬ ਪ੍ਰੋਫਾਈਲ ਵਾਲੇ ਬੰਦੇ ਦੀ ਪ੍ਰੋਫਾਈਲ 'ਚ ਕਿ 1 ਮਹੀਨੇ ਦੀ 1 ਤਰੀਕ ਨੂੰ ਪੈਸੇ ਆ ਜਾਂਦੇ ਸੀ, ਇਹਦੇ ਵਿੱਚ ਨਹੀਂ ਆਉਂਦੇ।
ਇਹਦੇ ਵਿੱਚ ਵੀ ਉਦਾਂ ਹੀ ਸ਼ੋ ਕਰਨੇ ਆ, ਪਰ ਉਹ ਤਰੀਕਾ ਮੈਂ ਦੱਸਦਾ ਵਾਂ। ਤੁਸੀਂ ਕਰੰਟ ਅਕਾਊਂਟ 'ਚ ਆਪਣੇ ਟ੍ਰਾਂਜੈਕਸ਼ਨਸ ਕਰਦੇ ਹੋ ਡੇਲੀ, ਜਿਹੜੇ ਬਿਜ਼ਨਸ ਰਿਲੇਟਡ ਐਕਸਪੈਂਸ ਹੁੰਦੇ ਤੇ ਬਿਜ਼ਨਸ ਰਿਲੇਟਡ ਜਿਹੜੀ ਤੁਹਾਨੂੰ ਇਨਕਮ ਆਉਂਦੀ ਹੈ ਜਿਹੜੇ ਤੁਸੀਂ ਕੰਮ ਕਰਦੇ ਹੋ ਉਹਦੇ ਅਕੋਰਡਿੰਗ, ਤੇ ਉਹ ਭਾਵੇਂ ਹਰ ਦਿਨ ਆਉਂਦੀ ਆ, ਭਾਵੇਂ 2 ਦਿਨ ਆਉਂਦੀ ਆ, ਭਾਵੇਂ 3 ਦਿਨ ਛੱਡ ਕੇ ਵਿੱਚ ਉਹਦੇ ਐਕਸਪੈਂਸਿਸ ਆਉਂਦੇ ਨੇ। ਤੁਸੀਂ ਕਰੰਟ ਅਕਾਊਂਟ ਦੇ ਵਿੱਚ ਐਕਸਪੈਂਸਿਸ ਜਿਹੜੇ ਬਿਜ਼ਨਸ ਰਿਲੇਟਡ ਨੇ ਪਲੱਸ ਜਿਹੜੀ ਤੁਹਾਡੀ ਇਨਕਮ ਆ ਰਹੀ ਬਿਜ਼ਨਸ ਰਿਲੇਟਡ, ਉਹ ਤੁਸੀਂ ਆਪਣੇ ਕਰੰਟ ਅਕਾਊਂਟ 'ਚ ਸ਼ੋ ਕਰਨੀ ਆ। ਉਹੀ ਵੀਕਲੀ, ਹਰ ਵੀਕ, ਹਰ ਦਿਨ ਅਲੱਗ-ਅਲੱਗ ਟ੍ਰਾਂਜੈਕਸ਼ਨ ਆ ਰਹੀਆਂ। ਰਿਕਮੈਂਡਡ ਜਿਹੜੀ ਬਿਜ਼ਨਸ ਪ੍ਰੋਫਾਈਲ ਆ ਉਹਦੇ ਅਕੋਰਡਿੰਗ ਮੈਂ ਕਹੂੰਗਾ ਕਿ 1,20,000 ਜਾਂ 1,30,000 ਦੀ ਤੁਹਾਡੀ ਟ੍ਰਾਂਜੈਕਸ਼ਨਸ ਜਿਹੜੀ ਕਿ ਇਨਕਮ ਦੇ ਵਿੱਚ ਸ਼ੋ ਹੋਈ ਹੋਣੀ ਚਾਹੀਦੀ ਹੈ ਕਰੰਟ ਅਕਾਊਂਟ ਦੇ ਵਿੱਚ, ਕਿ ਤੁਹਾਨੂੰ 1,30,000 ਰੁਪਇਆ ਕਿਸੇ ਨੇ ਪਾਇਆ ਵਾ, ਠੀਕ ਆ, ਤੁਹਾਡੇ ਤੋਂ ਕੰਮ ਲੈਣ ਵਾਸਤੇ। ਤੇ ਉਹਦੇ ਵਿੱਚੋਂ ਤੁਸੀਂ ਫਿਰ ਆਪਣੇ ਐਕਸਪੈਂਸਿਸ ਵੀ ਕੱਢ ਸਕਦੇ ਹੋ। ਕਿਸੇ ਦੇ 40,000 ਹੋ ਗਏ, ਕਿਸੇ ਦੇ 50,000 ਐਕਸਪੈਂਸਿਸ ਹੋ ਗਏ। ਤੁਸੀਂ ਲਗਭਗ 6 ਲੱਖ ਦਾ ਸੇਵਿੰਗ ਗੋਲ ਮੰਨ ਕੇ ਚੱਲੋ, ਤੇ ਉਹ ਤੁਹਾਡਾ ਹੋਣਾ ਚਾਹੀਦਾ 50,000 ਤੁਸੀਂ ਹਰ ਮਹੀਨੇ ਸੇਵ ਮਿਨੀਮਮ ਕਰਨਾ ਵਾ। ਹੁਣ ਕੀ ਹੁੰਦਾ ਕਿ ਜਦੋਂ ਤੁਹਾਡੀ ਸਾਰੀ ਏਦਾਂ ਸਟੇਟਮੈਂਟ ਚੱਲ ਰਹੀ 1 ਤਰੀਕ ਤੋਂ 30 ਤਰੀਕ ਤੱਕ, ਠੀਕ ਹੈ ਜੀ, ਜਦੋਂ ਤੁਹਾਡਾ ਮੰਥ ਐਂਡ ਆਉਂਦਾ ਵਾ, ਤੁਸੀਂ ਆਪਣੀ ਸੇਵਿੰਗ, ਜੇ ਮੰਨ ਲਓ ਤੁਹਾਡੇ ਕੋਲ 1,30,000 ਦੀ ਟ੍ਰਾਂਜੈਕਸ਼ਨ ਹੋਈ ਆ ਕਰੰਟ ਅਕਾਊਂਟ ਦੇ ਵਿੱਚ, ਉਹਦੇ ਵਿੱਚ ਸਾਰਾ ਕੁਝ ਹੋ ਗਿਆ, ਤੁਸੀਂ ਆਪਣਾ 50,000 ਕੱਢ ਕੇ ਕਰੰਟ ਅਕਾਊਂਟ 'ਚ ਸੇਵਿੰਗ ਅਕਾਊਂਟ 'ਚ ਪਾਉਣਾ, ਠੀਕ ਹੈ। ਜਦੋਂ 50,000 ਪਾ ਦਿੱਤਾ, ਫਿਰ ਉਸ 50,000 ਵਿੱਚੋਂ ਜਿਹੜੇ ਤੁਹਾਡੇ ਪਰਸਨਲ ਖਰਚੇ ਆ, ਠੀਕ ਆ, ਉਹ ਤੁਸੀਂ 10,000 ਤੋਂ ਵੱਧ ਨਾ ਸ਼ੋ ਕਰਿਓ। 10,000 ਜਾਂ 12,500 ਇੰਨੇ ਕੀ ਰੱਖਿਓ, ਇਹ ਤੋਂ ਵੱਧ ਨਾ ਸ਼ੋ ਕਰਿਓ। ਸੋ ਉਹ ਤੁਸੀਂ ਆਪਣੇ ਪਰਸਨਲ ਐਕਸਪੈਂਸਿਸ ਜਿਹੜੇ ਮੈਂ ਸਟੂਡੈਂਟ ਪ੍ਰੋਫਾਈਲ 'ਚ ਵੀ ਦੱਸੇ, ਆਪਣਾ ਜੌਬ ਪ੍ਰੋਫਾਈਲ 'ਚ ਵੀ ਦੱਸੇ, ਜਿਹੜੇ ਤੁਹਾਡੇ ਰੈਗੂਲਰ ਐਕਸਪੈਂਸਿਸ ਨੇ ਉਹੀ ਤੁਸੀਂ ਇਹਦੇ ਵਿੱਚ ਵੀ ਸ਼ੋ ਕਰਨੇ, ਉੱਦਾਂ ਹੀ ਹਰ ਡੇ ਬਾਏ ਡੇ ਵੀਕਲੀ ਸ਼ੋ ਕਰਨੇ ਨੇ। ਤੇ ਉਹਦੇ ਵਿੱਚ ਤੁਹਾਡੇ ਕੋਲ ਬਚਣਾ ਚਾਹੀਦਾ 40,000 ਦੇ ਲਾਗੇ ਛਾਗੇ ਸੇਵਿੰਗ ਦੇ ਵਿੱਚ ਜਾ ਰਿਹਾ ਜੀ, ਠੀਕ ਹੈ ਜੀ। ਇਹ ਤੁਸੀਂ ਸ਼ੋ ਕਰਨਾ ਸੇਵਿੰਗ ਐਟ ਦਾ ਐਂਡ ਆਫ ਦਾ ਮੰਥ ਤੁਹਾਡੇ ਕੋਲ 40,000 ਸੇਵ ਹੋਊਗਾ। ਇਹਦੇ ਵਿੱਚ ਵੀ ਤੁਸੀਂ 4.5 ਲੱਖ ਰੁਪਇਆ ਪਹਿਲੇ ਪਾ ਕੇ ਰੱਖ ਲਿਓ। ਜਦੋਂ ਤੋਂ ਸਟੇਟਮੈਂਟ ਸ਼ੁਰੂ ਕਰਨੀ ਉਹ ਤੋਂ 1 ਦਿਨ ਪਹਿਲੇ ਅਸੀਂ 4.5 ਲੱਖ ਪਾ ਕੇ ਰੱਖ ਲੈਣਾ। ਸਟੇਟਮੈਂਟ ਫਿਰ ਉਦੋਂ ਹੀ ਸ਼ੁਰੂ ਕਰਨੀ ਆ, ਖਰਚੇ ਦਿਖਾਣੇ ਆ ਆਪਣੇ। ਤੁਸੀਂ 40,000 ਸੇਵ ਐਟ ਦਾ ਐਂਡ ਦਿਖਾਣਾ ਵਾ ਕਿ 40,000 ਤੇ ਸੇਵ ਕਰਦਾ। ਇਦਾਂ ਹੀ 6 ਮਹੀਨੇ ਕਰੀ ਜਾਣੀ, ਸੇਮ ਚੀਜ਼ ਕਰੰਟ ਅਕਾਊਂਟ 'ਚੋਂ ਇੱਧਰ ਟ੍ਰਾਂਸਫਰ ਹੋਈ ਜਾਣੀ ਤੇ ਉੱਧਰ ਟ੍ਰਾਂਜੈਕਸ਼ਨਾਂ ਦਿਖਾਉਣੀਆਂ। ਇਨਕਮਿੰਗ ਆਊਟਗੋਇੰਗ ਬਿਜ਼ਨਸ 'ਚ ਹੋ ਰਹੀ ਆ, ਕਰੰਟ ਅਕਾਊਂਟ 'ਚ ਹੋ ਰਹੀ ਆ, ਤੇ ਸੇਵਿੰਗਸ 'ਚ ਤੁਹਾਡੀ ਸੇਵਿੰਗਸ ਹੋ ਰਹੀ ਆ, ਪਲੱਸ ਤੁਹਾਡੇ ਪਰਸਨਲ ਖਰਚੇ ਜਿਹੜੇ ਹੈਗੇ ਨੇ ਉਹ ਜਾ ਰਹੇ ਨੇ, ਠੀਕ ਆ। ਐਟ ਦੀ ਐਂਡ ਆਫ ਦਾ ਮੰਥ ਤੁਸੀਂ ਹਰ ਮੰਥ ਦੇ ਐਂਡ 'ਚ ਇਦਾਂ ਟ੍ਰਾਂਸਫਰ ਕਰਨੀ ਆ, ਤੇ ਇਦਾਂ ਤੁਸੀਂ ਪ੍ਰੋਫਾਈਲ ਬਣਾਉਣੀ ਆ, ਜਿਹੜਾ ਕਿ ਬੈਂਕ ਸਟੇਟਮੈਂਟ ਬਣਾਉਣੀ ਆ, ਜਿਹੜੀ ਕਿ 6 ਮਹੀਨੇ ਤੁਹਾਡੀ ਇਦਾਂ ਚੱਲੇਗੀ। ਤੁਹਾਡੇ ਕੋਲ ਵੀ ਅਰਾਊਂਡ 6.5 ਲੱਖ ਦੇ ਲਾਗੇ ਛਾਗੇ ਪੈਸਾ ਜੁੜ ਜਾਏਗਾ। ਇਹੀ ਪ੍ਰੋਫਾਈਲ ਅਸੀਂ ਚੱਕ ਕੇ ਲਾਵਾਂਗੇ। ਇਹ ਤਾਂ ਹੋ ਗਈ ਤੁਹਾਡੀ ਬੈਂਕ ਸਟੇਟਮੈਂਟ ਦੀ ਗੱਲ। ਹੁਣ ਗੱਲ ਕਰਦੇ ਹਾਂ ਆਪਾਂ ਡਾਕੂਮੈਂਟਸ ਦੀ। ਕੀ ਰਿਕੁਆਇਰਡ ਡਾਕੂਮੈਂਟਸ ਕੀ ਹੈ, ਕਿ ਉਹਨਾਂ ਨੂੰ ਕਿੱਦਾਂ ਪ੍ਰੂਵ ਕਰੀਏ ਕਿ ਅਸੀਂ ਵਾਪਸ ਮੁੜ ਕੇ ਆਵਾਂਗੇ ਇਹੀ ਬਿਜ਼ਨਸ ਕਰਕੇ। ਇੱਥੇ ਮੈਂ ਦੇਖਿਆ ਕਿ ਬਹੁਤ ਕਈ ਵਾਰ ਕਰਦੇ ਨੇ ਆ ਵੱਡੀਆਂ ਕੰਟਰੀ ਵਾਲੇ ਕਿ ਨਹੀਂ ਜੀ ਸਾਨੂੰ ਨਹੀਂ ਲੱਗਦਾ ਕਿ ਵਾਪਸ ਮੁੜ ਕੇ ਆਉਗੀ, ਇਕਨੋਮਿਕ ਬੈਕਗ੍ਰਾਉਂਡ ਨਹੀਂ ਸਟਰੋਂਗ ਹੈਗੀ। ਉਹੀ ਗੱਲ ਜੋ ਮੈਂ ਪਹਿਲੇ ਦੱਸ ਚੁੱਕਾ। ਸਭ ਤੋਂ ਪਹਿਲੇ ਇਹਨਾਂ ਨੂੰ ਆਪਣੇ ਕਵਰ ਲੈਟਰ 'ਚ ਤੁਸੀਂ ਲਿਖ ਕੇ ਦੇਣਾ ਵਾ ਕਿ ਹਾਂ ਬਈ ਅਸੀਂ ਇਹ ਬਿਜ਼ਨਸ ਇੰਨੇ ਟਾਈਮ ਤੋਂ ਕਰ ਰਹੇ ਹਾਂ, ਠੀਕ ਹੈ ਜੀ, ਮਤਲਬ 2017 ਤੋਂ ਸ਼ੁਰੂ ਕੀਤਾ, 16 ਤੋਂ ਇੰਨੇ ਟਾਈਮ ਤੋਂ ਕਰ ਰਹੇ ਹਾਂ। ਸਾਡੇ ਬਿਜ਼ਨਸ ਦੀ ਟਰਨਓਵਰ ਜੋ ਕਿ ਕਰੰਟ ਅਕਾਊਂਟ ਜਿੱਦਾਂ ਕਿ 1,20,000 ਜਾਂ 1,30,000 ਹੈਗੀ ਆ, ਬਿਜ਼ਨਸ ਦੀ ਮੰਥਲੀ ਟਰਨਓਵਰ ਇੰਨੀ ਆ, ਉਹਦੇ ਵਿੱਚੋਂ ਮੈਂ 50,000 ਆਪਣੇ ਅਕਾਊਂਟ ਵਿੱਚ ਪਾਉਣਾ ਤੇ ਉਹ 'ਚੋਂ 40,000 ਸੇਵ ਕਰਦਾ। ਇਹ ਚੀਜ਼ ਤੁਸੀਂ ਆਪਣੇ ਕਵਰ ਲੈਟਰ 'ਚ ਲਿਖਣੀ ਆ, ਠੀਕ ਹੈ ਜੀ। ਤੇ ਮੇਰੇ ਬਿਜ਼ਨਸ ਨੂੰ ਪ੍ਰੂਵ ਕਰਨ ਵਾਸਤੇ ਮੈਂ ਬਿਜ਼ਨਸ ਰਜਿਸਟ੍ਰੇਸ਼ਨ ਸਰਟੀਫਿਕੇਟਸ ਵਗੈਰਾ ਲਗਾ ਰਿਹਾ ਵਾ, ਪਲੱਸ ਪਿਛਲੇ 2 ਸਾਲ ਦੀ ITR ਲਾ ਰਿਹਾ ਵਾ, ਜੋ ਕਿ ਤੁਹਾਡੀ ਜਿਹੜਾ ਤੁਸੀਂ ਬਿਜ਼ਨਸ ਦੀ ITR ਭਰਦੇ ਹੋਗੇ ਤੁਸੀਂ ਉਹ ਲਾਉਣੀ ਆ, ਠੀਕ ਹੈ ਜੀ। ਹੁਣ ਕਹਿੰਦੇ ਆ ਜੀ ਕਿ ਵਾਪਸ ਕਿੱਦਾਂ ਮੁੜੋਗੇ, ਉਹਦਾ ਰੀਜ਼ਨ ਇਹੀ ਦੇਣਾ ਕਿ ਮੇਰਾ ਬਿਜ਼ਨਸ ਬਹੁਤ ਵਧੀਆ ਚੱਲ ਰਿਹਾ। ਮੇਰੇ ਬਿਜ਼ਨਸ ਨਾਲ ਜਿਹੜੀ ਨੀਡਸ ਮੇਰੇ ਘਰ ਦੀਆਂ ਨੇ ਬੜੇ ਆਰਾਮ ਨਾਲ ਪੂਰੀਆਂ ਹੋ ਰਹੀਆਂ, ਪਲੱਸ ਮੈਂ ਸੇਵ ਕਰ ਰਿਹਾ, ਪਲੱਸ ਮੈਂ ਆਪਣੀ ਕੰਟਰੀ ਦੇ ਵਿੱਚ ਆਪਣਾ ਬਿਜ਼ਨਸ ਐਸ਼ੋ ਆਰਾਮ ਨਾਲ ਚਲਾ ਰਿਹਾ ਵਾਂ। ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਹੋਰ ਕਿਤੇ ਜਾ ਕੇ ਕਿਤੇ ਜੌਬ ਕਰਾਂ, ਕਿਉਂਕਿ ਮੈਂ ਬਿਜ਼ਨਸ ਓਰੀਐਂਟਡ ਪਰਸਨ ਹਾਂ। ਮੈਂ ਹਮੇਸ਼ਾ ਬਿਜ਼ਨਸ ਹੀ ਕਰੂੰਗਾ ਤੇ ਕਿਸੇ ਵੀ ਹੋਰ ਕੰਟਰੀਜ਼ ਜਾ ਕੇ ਬਿਜ਼ਨਸ ਕਰਨਾ ਸੌਖਾ ਨਹੀਂ ਹੋਊਗਾ ਮੇਰੇ ਵਾਸਤੇ, ਨਾ ਹੀ ਕਿਉਂਕਿ ਉਹਨਾਂ ਦੀ ਲੈਂਗੁਏਜ ਮੇਰੇ ਲਈ ਨੇਟਿਵ ਨਹੀਂ ਹੋਣੀ, ਮਤਲਬ ਕਿਉਂਕਿ ਉਹ ਅਲੱਗ ਲੈਂਗੁਏਜ ਹੋਊਗੀ। ਮੈਂ ਆਪਣੀ ਪੰਜਾਬ 'ਚ ਰਹਿਣਾ ਤੇ ਮੈਂ ਪੰਜਾਬੀ ਬੋਲ ਕੇ ਬਿਜ਼ਨਸ ਕਰ ਰਿਹਾ, ਮੇਰੇ ਲਈ ਈਜ਼ੀ ਆ, ਠੀਕ ਆ। ਤਾਂ ਕਰਕੇ ਮੈਂ ਇੱਥੇ ਰਹਿ ਕੇ ਖੁਸ਼ ਹਾਂ। ਇਹ ਚੀਜ਼ ਤੁਸੀਂ ਕਵਰ ਲੈਟਰ ਵਿੱਚ ਜ਼ਰੂਰ ਮੈਂਸ਼ਨ ਕਰਨੀ ਹੈ, ਠੀਕ ਹੈ ਜੀ। ਤੁਸੀਂ ਲਿਖਣਾ ਵਾ ਕਿ ਹਾਂ ਬਈ ਮੈਂ ਹਰ ਸਾਲ 'ਚ 2 ਵਾਰ
वेकेशनस लेना अपने वर्क तो, क्योंकि बिजनेस विच वर्कलोड हुंदा, इस करके हरेक बंदे नूं 2 हफ्ते दी छुट्टी हर 6 महीने बाद लैनी चाहिदी आ। सो मैं ਉਹ 2 हफ्ते ਦੀ छुट्टी ਲੈਣਾ ਤੇ ਉਹ 2 ਹਫ਼ਤਿਆਂ ਦੇ ਵਿੱਚ ਮੈਂ ਕਿਤੇ ਨਾ ਕਿਤੇ ਟਰੈਵਲ ਕਰਦਾ। ਇਸ ਵਾਰ ਮੈਂ ਤੁਹਾਡੀ ਕੰਟਰੀ ਆਉਣਾ ਚਾਹੁੰਦਾ ਜੀ, ਆ ਜਗ੍ਹਾ ਤੇ ਘੁੰਮੂਗਾ ਜੀ। ਜੋ ਮੈਂ ਚੀਜ਼ ਪਹਿਲੇ ਦੱਸ ਚੁੱਕਾ ਉਹੀ ਚੀਜ਼ ਰਿਪੀਟ ਕਰਨੀ ਆ। ਆ ਮੇਰੀ ਆਈਟਨਰੀ ਆ, ਆਈਟਨਰੀ ਜਿੱਦਾਂ ਮੈਂ ਦੱਸੀ ਪਿੱਛੇ ਉਦਾਂ ਹੀ ਬਣਾਇਓ। ਤੇ ਮੇਰੀਆਂ ਬਿਜ਼ਨਸ ਦੇ ਕਲਾਇੰਟਸ ਨਾਲ ਕਮਿਟਮੈਂਟ ਹੈਗੀਆਂ ਨੇ। ਕੁਝ ਬਿਲਸ ਜਿਹੜੇ ਤੁਸੀਂ ਆਲਰੇਡੀ ਐਡਵਾਂਸ 'ਚ ਪੇਮੈਂਟਾਂ ਲਈਆਂ ਵਾ, ਤੁਸੀਂ ਉਹ ਆਪਣੀ ਪ੍ਰੋਫਾਈਲ ਦੇ ਨਾਲ ਲਾ ਦੇਣੇ ਆ। ਜਿਹੜੇ ਬਿੱਲ ਤੁਸੀਂ ਐਡਵਾਂਸ 'ਚ ਲਏ ਤੇ ਪਿਛਲੇ 1 ਜਾਂ 2 ਮਹੀਨੇ ਦੇ ਬਿੱਲ ਵੀ ਉਹਨਾਂ ਨੂੰ ਸ਼ੋਅ ਕਰ ਦੇਣੇ ਆਪਣੀ ਬਿੱਲ ਬੁੱਕ ਵਿੱਚੋਂ ਕਿ ਹਾਂ ਵੀ ਆ ਇੱਦਾਂ ਦੇਖੋ ਜੀ ਮੇਰੇ ਜੈਨੂਇਨ ਕੰਮ ਜਿਹਦੀਆਂ ਟ੍ਰਾਂਜੈਕਸ਼ਨਸ ਤੁਹਾਡੇ ਕਰੰਟ ਅਕਾਊਂਟ ਨਾਲ ਮੈਚ ਹੁੰਦੀਆਂ ਹੋਣ। ਜੇ ਤੁਸੀਂ ਇੰਨੇ ਪੈਸੇ ਲਏ ਆ ਮਤਲਬ ਉਨੇ ਪੈਸੇ ਉਹ ਤੁਹਾਡੇ ਕਰੰਟ ਅਕਾਊਂਟ 'ਚ ਵੀ ਸ਼ੋਅ ਹੁੰਦੇ ਹੋਣ, ਉਹ ਵਾਲੇ ਬਿਲਸ ਸਾਰੇ ਤੁਸੀਂ ਨਾਲ ਲਾ ਦੇਣੇ ਆਪਣੇ ਪ੍ਰੋਫਾਈਲ ਦੇ, ਤਾਂ ਕਿ ਤੁਹਾਡੀ ਪ੍ਰੋਫਾਈਲ ਬਿਲਕੁਲ ਸਟਰੋਂਗ ਲੱਗੇ। ਤੇ ਜਿਹਨਾਂ ਤੋਂ ਤੁਸੀਂ ਐਡਵਾਂਸ ਪੇਮੈਂਟ ਲਈ ਆ ਉਹਦਾ ਵੀ ਬਿੱਲ ਪਾ ਦੇਣਾ ਤੇ ਕਵਰ ਲੈਟਰ 'ਚ ਇਹ ਲਿਖ ਦੇਣਾ ਕਿ ਹਾਂਜੀ ਜੀ ਅੱਗੇ ਮੇਰੇ ਆਉਣ ਵਾਲੇ ਟਾਈਮ 'ਚ ਆ ਕਲਾਇੰਟ ਵਰਕ ਪੇ ਆ, ਜੋ ਕਿ ਮੇਰੇ ਰੈਗੂਲਰ ਕਲਾਇੰਟ ਆ, ਇਹਨਾਂ ਨੂੰ ਮੈਂ ਛੱਡ ਨਹੀਂ ਸਕਦਾ, ਠੀਕ ਹੈ। ਤੇ ਇਹਨਾਂ ਦਾ ਆ ਕੇ ਮੈਂ ਕੰਮ ਕਰਨਾ, ਮੈਂ ਬਾਉਂਡ ਹੈ ਇਹਨਾਂ ਦੇ ਕੰਮ ਨਾਲ, ਤੇ ਮੈਂ ਇਹ ਆ ਕੇ ਕਰਨਾ ਦੁਬਾਰਾ। ਸੋ ਇਹ ਚੀਜ਼ ਤੁਸੀਂ ਕਵਰ ਲੈਟਰ 'ਚ ਲਿਖਣੀ, ਠੀਕ ਹੈ। ਤੇ ਪਿੱਛੇ ਮੇਰੀ ਫੈਮਿਲੀ ਹੈਗੀ ਆ, ਮੇਰਾ ਬਿਜ਼ਨਸ ਇੰਨਾ ਵਧੀਆ ਸਕਸੈਸਫੁਲ ਰਨਿੰਗ ਬਿਜ਼ਨਸ ਆ, ਮੈਂ ਕਿਉਂ ਛੱਡ ਕੇ ਜਾਵਾਂ। ਮੈਂ ਆਪਣੀ ਅਰਨਿੰਗ 'ਚ ਬਹੁਤ ਖੁਸ਼ ਹਾਂ। ਸੋ ਇਹ ਚੀਜ਼ ਕਹਿਣੀ ਆ, ਜਦੋਂ ਇਹ ਚੀਜ਼ ਤੁਸੀਂ ਕਵਰ ਲੈਟਰ 'ਚ ਲਿਖੋਗੇ ਅਗਲੇ ਨੂੰ ਯਕੀਨ ਹੋ ਜਾਂਦਾ ਕਿ ਹਾਂ ਬਈ ਯਾਰ ਬੰਦੇ ਦਾ ਬਿਜ਼ਨਸ ਜੈਨੂਇਨ ਆ, ਆਪਣੇ ਬਿੱਲ ਦਿਖਾ ਰਿਹਾ, ਆਪਣੇ ਕਮਿਟਮੈਂਟ ਸ਼ੋ ਕਰ ਰਿਹਾ ਕਿ ਐਡਵਾਂਸ ਜਿਹਨਾਂ ਤੋਂ ਲਿਆ ਹੋਇਆ ਉਹ ਦਿਖਾ ਰਿਹਾ ਵਾ, ਪਲੱਸ ਆਪਣੀ ਆਈਟਨਰੀ ਜੈਨੂਇਨ ਤਾਂ ਦਿਖਾਈ ਰਿਹਾ ਵਾ, ਟਰੈਵਲ ਦਾ ਵੀ ਦੱਸ ਰਿਹਾ ਵਾ ਕਿ ਹਾਂ ਵੀ ਮੈਂ ਟਰੈਵਲ ਕਰਦਾ, ਛੁੱਟੀ ਲੈ ਕੇ ਟਰੈਵਲ ਕਰਦਾ ਜੀ, ਆਪਣੇ ਬਿਜ਼ਨਸ ਸਰਟੀਫਿਕੇਟਸ ਵੀ ਦਿਖਾ ਰਿਹਾ, ਰਜਿਸਟ੍ਰੇਸ਼ਨ ਸਰਟੀਫਿਕੇਟਸ ਵੀ ਦਿਖਾ ਰਿਹਾ ਕਿ ਆਹ ਦੇਖੋ ਜੀ ਮੇਰਾ ਬਿਜ਼ਨਸ ਰਜਿਸਟਰਡ ਹੈਗਾ ਵਾ, ਠੀਕ ਹੈ। ITR ਵੀ 2 ਸਾਲ ਦੀ ਦਿਖਾ ਰਿਹਾ। ਇਹਦੇ ਨਾਲ ਇਹ ਹੋ ਜਾਂਦਾ ਕਿ ਹਾਂ ਵੀ ਕਾਫੀ ਟਾਈਮ ਤੋਂ ਇਹ ਬਿਜ਼ਨਸ ਚੱਲ ਰਿਹਾ ਵਾ, ਤੇ ਇਹਦੇ ਨਾਲ ਉਹਨਾਂ ਤੇ ਬਹੁਤ ਇੰਪੈਕਟ ਪੈਂਦਾ ਫਾਈਲ ਤੇ ਤੁਹਾਡੀ ਪ੍ਰੋਫਾਈਲ ਬਹੁਤ ਜ਼ਿਆਦਾ ਸਟਰੋਂਗ ਲੱਗਦੀ ਹੈ ਤੇ ਤੁਹਾਨੂੰ ਵੀਜ਼ਾ ਮਿਲਣ ਦੇ ਚਾਂਸਸ ਜ਼ਿਆਦਾ ਵੱਧ ਜਾਂਦੇ ਨੇ। ਤੇ ਜਦੋਂ ਤੁਸੀਂ ਇਦਾਂ ਹੀ ਬੈਂਕ ਸਟੇਟਮੈਂਟ, ਕਰੰਟ ਅਕਾਊਂਟ ਤੇ ਸੇਵਿੰਗਸ ਅਕਾਊਂਟ ਦੀ ਨਾਲ ਵਿਦ ITR ਤੇ ਵਿਦ ਆਪਣੇ ਬਿਜ਼ਨਸ ਰਜਿਸਟ੍ਰੇਸ਼ਨ ਤੇ ਬਿੱਲ ਬੁੱਕ ਦੇ ਨਾਲ ਲਾਉਂਗੇ ਤੇ ਇੱਕ ਆਪਣੀ ਬਿਜ਼ਨਸ ਪ੍ਰੋਫਾਈਲ ਵੀ ਲਾਉਣੀ ਹੈ, ਜਿਹੜਾ ਕਿ 1 ਪੇਜ ਦਾ ਪੈਂਫਲੇਟ ਬਣਾ ਲਓ ਕਿ ਹਾਂ ਵੀ ਮੇਰਾ ਬਿਜ਼ਨਸ ਆ ਵਾ, ਮੈਂ ਆ ਕਰਦਾ, ਇੰਨੇ ਸਾਲ ਤੋਂ ਆ ਕਰ ਰਹੇ ਹਾਂ ਜੀ, ਕੁਝ ਫੋਟੋਆਂ ਲਾ ਦਿਓ ਵਧੀਆ ਜੀ ਆਪਣੇ ਬਿਜ਼ਨਸ ਰਿਲੇਟਡ, ਤੇ ਉਹ ਪਾ ਦੂੰਗੇ ਤੇ ਉਹਨਾਂ ਨੂੰ ਬਿਲਕੁਲ ਪ੍ਰੋਫਾਈਲ ਤੁਹਾਡੀ ਜੈਨੂਇਨ ਲੱਗਦੀ ਆ। ਜੇ ਬੜੀ ਗੱਲ ਆ ਤਾਂ ਤੁਸੀਂ ਆਪਣਾ ਬਿਜ਼ਨਸ ਕਾਰਡ ਵੀ ਲਾ ਸਕਦੇ ਹੋ ਆਪਣੀ ਪ੍ਰੋਫਾਈਲ ਦੇ ਵਿੱਚ, ਜੋ ਕਿ ਤੁਹਾਡੇ ਬਿਜ਼ਨਸ ਨੂੰ ਜੈਨੂਇਨ ਪ੍ਰੂਵ ਕਰਦਾ ਵਾ। ਇੱਕ ਚੀਜ਼ ਹੋਰ, ਜਿਹੜਾ ਨਾ ਤੁਹਾਡਾ ਬਿਜ਼ਨਸ ਆ ਉਹ ਗੂਗਲ ਤੇ ਜ਼ਰੂਰ ਆਪਣਾ ਲੋਕੇਸ਼ਨ ਪਾ ਦਿਆ ਕਰੋ, ਉਹਦੇ 'ਚ ਐਡ ਕਰ ਸਕਦੇ, ਐਡ ਏ ਬਿਜ਼ਨਸ ਕਰਕੇ ਤੁਸੀਂ ਗੂਗਲ ਤੇ ਪਾ ਦੂੰਗੇ ਤੇ ਫਿਰ ਉਹ ਇੱਕ ਹੋਰ ਜੈਨੂਇਨ ਹੋ ਜਾਂਦਾ ਕਿ ਹਾਂ ਬਈ ਉੱਥੇ ਆਪਣਾ ਫੋਨ ਨੰਬਰ ਛੱਡ ਦਿਓ, ਕੱਲ ਨੂੰ ਕੋਈ ਕਾਲ ਕਰਕੇ ਤੁਹਾਨੂੰ ਉੱਥੋਂ ਵੀ ਬੁੱਕ ਕਰ ਸਕਦਾ, ਤੁਹਾਡੇ ਬਿਜ਼ਨਸ ਨੂੰ ਵੀ ਫਾਇਦਾ, ਪਲੱਸ ਉਹ ਜੈਨੂਇਨ ਪ੍ਰੂਵ ਕਰਨ 'ਚ ਹੋਰ ਜ਼ਿਆਦਾ ਹੈਲਪ ਹੋ ਜਾਂਦੀ ਆ, ਠੀਕ ਹੈ ਜੀ। ਤੇ ਹੁਣ ਕਰਦੇ ਆਪਾਂ ਗੱਲ ਜੀ ਕੈਟਾਗਰੀ ਨੰਬਰ 4 ਕਿਸਾਨਾਂ ਦੀ। ਕਿਸਾਨਾਂ ਲਈ ਵੀ ਸਾਰਾ ਕੁਝ ਸੇਮ ਹੀ ਸਟੈਪ ਆ, ਬਸ ਫਰਕ ਇੰਨਾ ਵਾ ਕਿਸਾਨਾਂ ਦੀ ਜਿਹੜੀ ਇਨਕਮ ਆ ਕਈਆਂ ਦੀ 6 ਮਹੀਨਿਆਂ ਬਾਅਦ ਆਉਂਦੀ ਆ, ਕਈਆਂ ਦੀ 3-3 ਮਹੀਨਿਆਂ ਬਾਅਦ ਆਉਂਦੀ, ਡਿਪੈਂਡਿੰਗ ਟੂ देयर ਕ੍ਰੌਪਸ ਕਿ ਉਹ ਜਿੱਦਾਂ ਵੀ ਕਲਟੀਵੇਸ਼ਨ ਕਰਦੇ ਨੇ, ਜਿੱਦਾਂ ਵੀ ਉਹ ਮੰਡੀਆਂ 'ਚ ਸੁੱਟਦੇ ਨੇ, ਉਸ ਹਿਸਾਬ ਨਾਲ ਉਹਨਾਂ ਦੇ ਪੈਸੇ ਆਉਂਦੇ ਨੇ। ਸੋ ਉਹਨਾਂ ਦੇ 'ਚ ਕੀ ਹੋ ਸਕਦਾ, ਕਿਸਾਨ ਆਪਣੀ ਇਨਕਮ ਜੇ ਫਾਰਮ ਦੇ ਥਰੂ ਸ਼ੇਅਰ ਕਰਦੇ ਨੇ, ਠੀਕ ਆ ਜੀ, ਸਾਰਿਆਂ ਨੂੰ ਦੱਸਦੇ ਨੇ ਕਿ ਅਸੀਂ ਜੇ ਫਾਰਮ ਲਾਉਂਦੇ ਆ। ਆਈ ਨੋ ਕਿ ITR ਇੰਨੀ ਜ਼ਰੂਰਤ ਨਹੀਂ ਹੈ ਕਿਉਂਕਿ ਫਾਰਮਿੰਗ ਤੇ ਟੈਕਸ ਨਹੀਂ ਹੈਗਾ, ਪਰ ਜੇ ਤੁਸੀਂ ITR ਭਰ ਸਕਦੇ ਹੋ ਵੈਲ ਐਂਡ ਗੁੱਡ, ਅਗਰ ਤੁਸੀਂ ਨਹੀਂ ਭਰਦੇ ਹੋ ਤਾਂ ਕੋਈ ਚੱਕਰ ਨਹੀਂ, ਜੇ ਫਾਰਮ ਚੱਲ ਜਾਂਦੇ ਨੇ। ਪਰ ਜੇ ਫਾਰਮ 'ਚ ਇੱਕ ਚੀਜ਼ ਹੈ ਕਿ ਪਲੀਜ਼ ਉਹਨੂੰ ਆਨਲਾਈਨ ਜ਼ਰੂਰ ਕਰਾ ਦਿਓ, ਜਿਹੜੀ ਇਨਕਮ ਤੁਹਾਡੀ ਆ ਰਹੀ ਹੈ ਸੇਮ ਆਨਲਾਈਨ ਉਨੀ ਹੀ ਸ਼ੋ ਹੋਣੀ ਚਾਹੀਦੀ ਆ। ਤੇ ਪਲੱਸ ਆਪਣੇ ਤਹਿਸੀਲਦਾਰ ਤੋਂ ਜਾ ਕੇ ਇਨਕਮ ਸਰਟੀਫਿਕੇਟ ਜ਼ਰੂਰ ਬਣਾ ਲਓ, ਜੋ ਕਿ ਇੱਕ ਬਹੁਤ ਜ਼ਰੂਰੀ ਚੀਜ਼ ਆ। ਬਹੁਤ ਸਾਰੇ ਏਜੰਟਸ ਨੇ ਇੱਥੇ ਜਿਹੜੇ ਇਹ ਚੀਜ਼ ਨਹੀਂ ਦੱਸਦੇ ਨੇ, ਠੀਕ ਹੈ ਜੀ। ਤੇ ਜਿਹੜੀ ਜੇ ਫਾਰਮ ਤੇ ਤੁਹਾਡੀ ਇਨਕਮ ਲਿਖੀ ਆ ਉਹ ਤੁਹਾਡੇ ਅਕਾਊਂਟ ਵਿੱਚ ਵੀ ਉਦਾਂ ਹੀ ਕ੍ਰੈਡਿਟ ਹੋਈ ਹੋਣੀ ਚਾਹੀਦੀ, ਸੇਮ ਅਮਾਉਂਟ ਦੀ। ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ। ਬਾਕੀ ਜਦੋਂ ਤੁਹਾਡੇ ਅਮਾਉਂਟ ਆ ਜਾਂਦਾ ਵਾ ਉਸ ਤੋਂ ਬਾਅਦ ਉਹੀ ਪ੍ਰੋਸੀਜਰ ਹੈ ਕਿ ਤੁਹਾਡੇ ਜਿਹੜੇ ਐਕਸਪੈਂਸ ਆ ਡੇਲੀ ਉਹ ਤੁਸੀਂ ਉੱਦਾਂ ਹੀ ਖਰਚਣੇ ਨੇ। ਬਸ ਤੁਹਾਡਾ ਫਰਕ ਕਿੰਨਾ ਹੈ ਕਿ ਤੁਸੀਂ 3 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਤੁਹਾਨੂੰ ਇਕੱਠੀ ਇਨਕਮ ਆਉਂਦੀ ਆ, ਤੁਸੀਂ 6 ਮਹੀਨੇ ਦੀ ਸਟੇਟਮੈਂਟ ਤੇ ਉੱਦਾਂ ਵੀ ਲਾਉਣੀ ਹੀ ਆ, ਠੀਕ ਹੈ। ਤੇ ਇਸ ਕਰਕੇ ਤੁਸੀਂ 6 ਮਹੀਨੇ ਦੀ ਸਟੇਟਮੈਂਟ ਲਾਉਣੀ ਹੈ। ਤੇ ਜੇ ਫਾਰਮ ਜਿਹੜਾ ਆਨਲਾਈਨ ਤੁਹਾਡਾ ਉਹਦੇ ਅਕੋਰਡਿੰਗ ਤੁਹਾਡੀ ਇਨਕਮ ਤੁਹਾਡੇ ਅਕਾਊਂਟ 'ਚ ਆ ਰਹੀ ਹੈ, ਉਹ ਤੁਹਾਡੇ ਅਕਾਊਂਟ ਵਿੱਚ ਸੇਮ ਸ਼ੋ ਹੋਣੀ ਚਾਹੀਦੀ ਹੈ। ਬਸ ਇੰਨਾ ਧਿਆਨ ਰੱਖਿਓ। ਤੇ ਪਲੀਜ਼ ਤਹਿਸੀਲਦਾਰ ਤੋਂ ਇਨਕਮ ਸਰਟੀਫਿਕੇਟ ਬਣਾ ਲਓ ਤੇ ਤੁਹਾਡਾ ਵੀ ਸੇਮ ਹੀ ਪ੍ਰੋਸੀਜਰ ਆ ਬਾਕੀਆਂ ਜਿੱਦਾਂ।
ਤੇ ਤੁਸੀਂ ਵੀ ਕਵਰ ਲੈਟਰ 'ਚ ਇਹੀ ਲਿਖਣਾ ਕਿ ਹਾਂ ਬਈ ਮੈਂ ਇੰਨੇ ਟਾਈਮ ਤੋਂ ਫਾਰਮਿੰਗ ਕਰਦਾ ਵਾਂ, ਇੰਨੇ ਮੇਰੇ ਕੋਲ ਲੈਂਡ ਹੈਗਾ ਵਾ, ਮੇਰੀ ਇਨਕਮ ਜਿਹੜੀ ਆ ਉਹ ਕੁਆਟਰਲੀ ਆਉਂਦੀ ਆ ਜਾਂ ਹਾਫ ਈਅਰਲੀ ਆਉਂਦੀ ਆ, ਤੇ ਉਸ ਹਿਸਾਬ ਨਾਲ ਮੈਂ ਸੇਵਿੰਗ ਕਰਦਾ ਵਾਂ ਆਪਣੀ। ਤੁਸੀਂ ਵੀ ਉੱਦਾਂ ਹੀ ਆਪਣੀ ਬੈਂਕ ਸਟੇਟਮੈਂਟ ਬਣਾਉਣੀ ਆ ਤੇ ਤੁਹਾਡਾ ਵੀ ਸੇਮ ਪ੍ਰੋਸੀਜਰ ਹੋਏਗਾ, ਤੁਸੀਂ ਵੀ ਉੱਦਾਂ ਹੀ ਕਵਰ ਲੈਟਰ ਲਿਖਣਾ। ਬਸ ਇੰਨਾ ਕੁ ਫਰਕ ਪਾਉਣਾ ਕਿ ਹਾਂ ਵੀ ਜਿੱਥੇ ਉਹਨਾਂ ਨੇ ਜੌਬਸ ਲਿਖਿਆ ਜਾਂ ਬਿਜ਼ਨਸ ਲਿਖਿਆ ਉੱਥੇ ਤੁਸੀਂ ਲਿਖਣਾ ਕਿ ਮੈਂ ਫਾਰਮਿੰਗ ਕਰਦਾ, ਇੰਨੇ ਟਾਈਮ ਤੋਂ ਕਰਦਾ, ਇੰਨੇ ਟਾਈਮ ਦਾ ਮੇਰੇ ਤੋਂ ਰਿਕਾਰਡ ਹੈਗਾ, ਆਹ ਜੇ ਫਾਰਮ ਆਨਲਾਈਨ ਮੈਂ ਕੀਤੇ ਹੋਏ ਨੇ, ਠੀਕ ਹੈ ਜੀ, ਆਹ ਸੇਮ ਅਮਾਊਂਟ ਕ੍ਰੈਡਿਟ ਹੋ ਰਿਹਾ ਮੇਰੇ ਬੈਂਕ ਅਕਾਊਂਟ ਦੇ ਵਿੱਚ, ਤੇ ਇਹ ਮੈਂ ਆਪਣੀ ਬੈਂਕ ਸਟੇਟਮੈਂਟਾਂ ਵਿੱਚ ਤੁਹਾਨੂੰ ਸ਼ੋਅ ਕਰ ਰਿਹਾ ਵਾਂ। ਤੇ ਆਪਣੀ ਇੰਟੈਂਸ਼ਨ, ਟਰੈਵਲ ਇੰਟੈਂਸ਼ਨ ਉਹੀ ਲਿਖਣੀ ਹੈ ਕਿ ਮੈਂ ਆਹ ਜਗ੍ਹਾ ਜਾਣਾ ਜੀ, ਆਹ ਦਿਨ ਮੇਰਾ ਰੈਸਟ ਹੋਣਾ, ਉਹੀ ਜੋ ਮੈਂ ਅੱਗੇ ਦੱਸ ਚੁੱਕਾ ਉਹੀ ਚੀਜ਼ ਤੁਸੀਂ ਫੇਰ ਦੁਬਾਰਾ ਲਿਖਣੀ ਹੈ। ਤੁਹਾਡੀ ਪ੍ਰੋਫਾਈਲ ਫੇਰ ਸਟਰੋਂਗ ਆ, ਤੁਹਾਨੂੰ ਕੋਈ ਛੇਤੀ ਚੈਲੰਜ ਨਹੀਂ ਕਰ ਸਕਦਾ। ਹੁਣ ਗੱਲ ਕਰਦੇ ਹਾਂ ਜੀ ਕੈਟੇਗਰੀ ਨੰਬਰ 5 ਦੀ, ਜੋ ਕੀ ਹੈ ਜੀ ਵਿਹਲੇ। ਦੇਖੋ ਜੀ, ਜਿਹੜੇ ਇੱਥੇ ਤੱਕ ਵੀਡੀਓ ਦੇਖ ਚੁੱਕੇ ਨੇ ਨਾ, ਉਹ ਬਾਈ ਆਪਣੇ ਆਪ ਨੂੰ ਵਿਹਲਾ ਸਮਝਦੇ ਹੋਣਗੇ ਕਿ ਯਾਰ ਸਾਡੀ ਵਾਰੀ ਕਦੋਂ ਆਊਗੀ, ਠੀਕ ਹੈ, ਜਾਂ ਕਿਸੇ ਨੇ ਸਿੱਧਾ ਹੀ ਅੱਗੇ ਸਕਿਪ ਕਰਕੇ ਇੱਥੇ ਪਹੁੰਚ ਗਿਆ ਵਾ। ਉਹਨੂੰ ਮੈਂ ਦੱਸਦਾ ਕਿ ਵੀਰੇ ਜੇ ਤੁਸੀਂ ਪਿਛਲਾ ਪਾਰਟ ਨਹੀਂ ਨਾ ਦੇਖਿਆ, ਠੀਕ ਹੈ, ਇੰਨੇ ਪੈਸੇ ਲਾ ਕੇ ਤੁਸੀਂ ਆਹ ਵੀਡੀਓ ਦੇਖਣ ਆਏ ਹੋ, ਉਹਨੂੰ ਜ਼ਰੂਰ ਦੇਖ ਲਿਓ, ਕਿਉਂਕਿ ਬਹੁਤ ਚੀਜ਼ਾਂ ਉਹਦੇ ਵਿੱਚ ਮੈਂ ਦੱਸੀਆਂ ਹੋਈਆਂ ਜਿਹੜੀਆਂ ਇਹਦੇ ਵਿੱਚ ਮੈਂ ਸੰਖੇਪ 'ਚ ਦੱਸਾਂਗਾ, ਜਾਂ ਦੱਸਾਂਗਾ ਹੀ ਨਹੀਂ, ਜੇ ਦੱਸ ਇਹ ਕਹਿ ਦੂੰਗਾ ਕਿ ਪਿੱਛੇ ਤੁਸੀਂ ਉੱਚੋਂ ਦੇਖ ਸਕਦੇ ਹੋ। ਸੋ ਪੂਰਾ ਦੇਖ ਲਿਓ, ਪੂਰੀ ਵੀਡੀਓ ਦੇਖੋਗੇ ਤੇ ਤੁਹਾਨੂੰ ਬਹੁਤ ਜ਼ਿਆਦਾ ਬਰੋਡ ਨੌਲੇਜ ਮਿਲੇਗੀ ਕਿ ਕਿੱਦਾਂ ਚੱਲਦਾ ਸਾਰਾ ਕੁਝ, ਕਿੱਦਾਂ ਆਪਾਂ ਆਪਣੀ ਪ੍ਰੋਫਾਈਲ ਸਟਰੋਂਗ ਕਰ ਸਕਦੇ ਹਾਂ। ਪਹਿਲੀ ਤੇ ਗੱਲ, ਵਿਹਲਾ ਬੰਦਾ ਉਦੋਂ ਤੱਕ ਹੁੰਦਾ ਜਦੋਂ ਤੱਕ ਵਿਹਲੇ ਬੰਦੇ ਤੋਂ ਕੋਈ ਟਾਰਗੇਟ ਨਾ ਹੋਵੇ, ਠੀਕ ਆ। ਮੈਂ ਕਿਸੇ ਨੂੰ ਵੀ ਦੁਨੀਆ 'ਚ ਵਿਹਲਾ ਨਹੀਂ ਮੰਨਦਾ, ਠੀਕ ਆ, ਅਨਲੈਸ ਤੁਸੀਂ ਸਾਰਿਆਂ ਨੇ, ਮੈਨੂੰ ਪਤਾ ਤੁਸੀਂ ਸਾਰਿਆਂ ਨੇ ਇੱਕ ਟਾਰਗੇਟ ਬਣਾਇਆ ਹੁੰਦਾ ਕਿ ਅਸੀਂ ਬਾਹਰ ਜਾਣਾ, ਕਿਸੇ ਵੀ ਤਰੀਕੇ ਨਾਲ ਅਸੀਂ ਬਾਹਰ ਜਾਣਾ, ਠੀਕ ਹੈ। ਮੈਂ ਟੂਰਿਸਟ ਵੀਜ਼ਾ ਲੈਣਾ, ਮੈਂ ਕਿਸੇ ਵੀ ਤਰੀਕੇ ਨਾਲ ਟੂਰਿਸਟ ਵੀਜ਼ਾ ਲੈਣਾ, ਠੀਕ ਹੈ ਜੀ, ਉਹ ਤੁਹਾਡਾ ਟਾਰਗੇਟ ਆ। ਉਸ ਟਾਰਗੇਟ ਨੂੰ ਜਦੋਂ ਤੱਕ ਤੁਸੀਂ ਅਚੀਵ ਨਹੀਂ ਕਰਦੇ ਸੀ, ਤੁਸੀਂ ਉਦੋਂ ਤੱਕ ਵਿਹਲੇ ਹੋ। ਜਦੋਂ ਤੁਹਾਨੂੰ ਪਤਾ ਕਿ ਇਹ ਮੇਰਾ ਟਾਰਗੇਟ ਆ, ਇਹਨੂੰ ਮੈਂ ਅਚੀਵ ਕਰਨਾ, ਤੇ ਤੁਹਾਨੂੰ ਹੱਥ ਪੈਰ ਮਾਰਨੇ ਪੈਣੇ ਆ। ਵਿਹਲੇ ਬਹਿ ਕੇ ਘਰੇ ਕਿਸੇ ਨੇ ਨਹੀਂ ਤੁਹਾਨੂੰ ਉਹ ਟਾਰਗੇਟ ਦਿਵਾਉਣਾ, ਤੁਹਾਨੂੰ ਖੁਦ ਹੱਥ ਪੈਰ ਮਾਰਨੇ ਆ। ਤੁਸੀਂ ਫਰੋਡ ਏਜੰਟਾਂ ਤੋਂ ਨਾ ਜਾਓ, 40-40, 50-50 ਹਜ਼ਾਰ, ਆਹ ਜਿਹੜੀ ਮੈਂ ਵੀਡੀਓ ਸਾਰੀ ਦੱਸੀ ਹੈ ਇਹਦਾ 40-40, 50-50 ਹਜ਼ਾਰ ਲੋਕ ਦਿੰਦੇ ਨੇ। ਉਹ ਚੀਜ਼ ਮੈਂ ਦੱਸੀ ਆ, ਇਹੀ ਚੀਜ਼ ਉਹਨਾਂ ਨੇ ਦੱਸਣੀ ਹੈ ਤੁਹਾਨੂੰ ਉੱਥੇ ਜਾ ਕੇ। ਸੋ ਮੈਂ ਸਿਰਫ ਇਹੀ ਕਹੂੰਗਾ, ਜੇ ਤੁਸੀਂ ਵਿਹਲੇ ਹੋ ਪਲੀਜ਼ ਆਪਣੇ ਆਪ ਨੂੰ ਇਹ ਨਾ ਕੰਸੀਡਰ ਕਰੋ, ਤੁਸੀਂ ਆਪਣਾ ਟਾਰਗੇਟ ਬਣਾਓ ਕਿ ਹਾਂ ਵੀ ਮੈਂ 7 ਮਹੀਨੇ ਜਾਂ 8 ਮਹੀਨੇ ਵਿੱਚ ਮੈਂ ਇੱਥੋਂ ਟੂਰਿਸਟ ਵੀਜ਼ਾ ਅਪਲਾਈ ਕਰਨਾ, ਇਸ ਕੰਟਰੀ ਦਾ ਕਰਨਾ, ਠੀਕ ਹੈ ਜੀ। ਫਿਰ ਉਹਦੇ ਤੇ ਕੰਮ ਕਰਨਾ, ਤੁਸੀਂ ਕੰਮ ਇੱਦਾਂ ਕਰਨਾ ਜਿੱਦਾਂ ਮੈਂ ਦੱਸਿਆ ਜੌਬ ਪ੍ਰੋਫਾਈਲ ਦਾ, ਜਿੱਦਾਂ ਮੈਂ ਦੱਸਿਆ ਬਿਜ਼ਨਸ ਦਾ, ਜਿੱਦਾਂ ਮੈਂ ਦੱਸਿਆ ਕਿਸਾਨ ਵਾਲਾ। ਜੇ ਤੁਸੀਂ ਇਹਨਾਂ ਤਿੰਨਾਂ ਵਿੱਚੋਂ ਤੁਹਾਡੇ ਘਰੇ ਜਾਂ ਤੁਹਾਡੇ ਰਿਸ਼ਤੇਦਾਰਾਂ 'ਚ ਕਿਸੇ ਕੋ ਵੀ ਬਿਜ਼ਨਸ ਹੈਗਾ ਜਾਂ ਦੋਸਤ ਕੋ ਬਿਜ਼ਨਸ ਹੈਗਾ, ਉਹਨੂੰ ਕਹੋ ਕਿ ਪਲੀਜ਼ ਬ్రో ਤੂੰ ਮੈਨੂੰ ਐਜ਼ ਏ EMPLOYE ਰੱਖ ਲਾ, ਪੇ ਪਾਇਆ ਕਰੋ ਤੁਸੀਂ ਮੈਨੂੰ, ਠੀਕ ਹੈ ਜੀ, ਤੇ ਉਹੀ ਪੇ ਮੈਂ ਤੁਹਾਨੂੰ ਵਾਪਸ ਕਰ ਦਿਆ ਕਰੂ, ਜਸਟ ਇੱਕ ਬੈਂਕ ਸਟੇਟਮੈਂਟ ਬਣਾਉਣੀ ਹੈ ਇਸ ਕਰਕੇ, ਠੀਕ ਹੈ ਜੀ। ਤੁਸੀਂ ਕਹੋਗੇ ਕਿ ਉਹਨਾਂ ਨੂੰ ਕੀ ਫਾਇਦਾ, ਕਿ ਉਹ EMPLOYE ਸ਼ੋਅ ਕਰਨ ਦਾ ਕੀ ਫਾਇਦਾ। ਦੇਖੋ ਜੀ, ਉਹ ਆਪਣੇ ਐਕਸਪੈਂਸਿਸ ਵਿੱਚ ਇੱਕ ਹੋਰ EMPLOYE ਦੱਸ ਸਕਦੇ ਨੇ ਕਿ ਆਹ ਦੇਖੋ ਜੀ ਮੇਰਾ ਖਰਚਾ ਹੋਰ ਵੱਧ ਗਿਆ ਜੀ ਬਿਜ਼ਨਸ ਦਾ, ਤੇ ਉਹਨਾਂ ਨੂੰ ਤੇ ਟੈਕਸ ਬਚਾਉਣ 'ਚ ਫਾਇਦਾ ਹੋਣਾ ਹੀ ਆ, ਤੇ ਤੁਹਾਡੇ ਲਈ ਤੁਹਾਡੀ ਹੈਲਪ ਹੋ ਜਾਏਗੀ, ਠੀਕ ਹੈ ਜੀ। ਇੱਕ ਤੇ ਇਹ ਰਹਾ ਕਿ ਤੁਸੀਂ EMPLOYE ਕਰ ਸਕਦੇ, ਦੂਜਾ ਤੁਸੀਂ ਆਪਣਾ ਇੱਕ ਬਿਜ਼ਨਸ ਖੋਲ ਸਕਦੇ। ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਬਿਜ਼ਨਸ ਵਾਸਤੇ, ਦਿਮਾਗ ਹੋਣਾ ਚਾਹੀਦਾ ਤੁਹਾਡੇ ਕੋਲ ਬਿਜ਼ਨਸ ਵਾਸਤੇ। ਕੋਈ ਵੀ ਬਿਜ਼ਨਸ, ਜਿੱਦਾਂ ਕੇਟਰਿੰਗ ਸਰਵਿਸਿਜ਼ ਦਾ ਬਿਜ਼ਨਸ ਤੁਸੀਂ ਖੋਲ ਲਓ, ਉਹਦੇ ਲਈ ਤੁਹਾਨੂੰ ਕੋਈ ਇਕਵਿਪਮੈਂਟ ਨਹੀਂ ਚਾਹੀਦਾ, ਕੁਛ ਨਹੀਂ ਚਾਹੀਦਾ, ਤੁਹਾਨੂੰ ਸਿਰਫ ਦਿਮਾਗ ਚਾਹੀਦਾ ਕਿ ਹਾਂ ਬਈ ਅਗਰ ਕਿਸੇ ਦਾ ਅਸੀਂ ਪਾਰਟੀ ਫੰਕਸ਼ਨ ਵਗੈਰਾ ਦੀ ਕੇਟਰਿੰਗ ਕਰਨੀ ਆ, ਸਾਨੂੰ ਕੀ ਚਾਹੀਦਾ, ਫਲਾਣੇ ਬੰਦੇ ਤੋਂ ਅਸੀਂ ਟੈਂਟ ਚੱਕਾਂਗੇ, ਫਲਾਣੇ ਬੰਦੇ ਤੋਂ ਅਸੀਂ ਭਾਂਡੇ ਚੱਕਾਂਗੇ, ਫਲਾਣੇ ਬੰਦੇ ਤੋਂ ਅਸੀਂ ਡੈਕੋਰੇਸ਼ਨ ਕਰਾਵਾਂਗੇ, ਫਲਾਣੇ ਬੰਦੇ, ਉਹ ਤੁਸੀਂ ਸਾਰਾ ਕੋਆਰਡੀਨੇਟ ਕਰਕੇ ਤੁਸੀਂ ਆਪ ਕਰਦੇ ਹੋ। ਇਹ ਚੀਜ਼ ਤੁਸੀਂ ਸ਼ੋਅ ਕਰ ਸਕਦੇ ਹੋ, ਠੀਕ ਹੈ। ਇਸ ਬੇਸ ਤੇ ਤੁਸੀਂ ਆਪਣਾ ਬਿਜ਼ਨਸ ਅਕਾਊਂਟ ਬਣਵਾ ਸਕਦੇ ਹੋ, ਕਰੰਟ ਅਕਾਊਂਟ ਤੇ ਸੇਵਿੰਗ ਅਕਾਊਂਟ ਬਣਾ ਸਕਦੇ ਹੋ, ਠੀਕ ਹੈ ਜੀ, ਉਹ ਤੁਸੀਂ ਬਣਵਾ ਲਓ, ਠੀਕ ਹੈ। ਪਲੱਸ ਇੱਕ ਸਰਟੀਫਿਕੇਟ ਲੈ ਲਓ, MSME ਲੈ ਲਓ, GST ਵਾਲਾ ਲੈਣਾ GST ਵਾਲਾ ਲੈ ਲਓ, ਉਦਯਮ ਸਰਟੀਫਿਕੇਟ ਲੈਣਾ ਉਹ ਲੈ ਲਓ, ਤੇ ਤੁਹਾਨੂੰ ਮਿਲ ਜਾਏਗਾ, ਤੇ ਤੁਹਾਡਾ ਇੱਕ ਹਿਸਾਬ ਦਾ ਲੀਗਲ ਬਿਜ਼ਨਸ ਓਪਨ ਹੋ ਚੁੱਕਾ। ਹੁਣ ਤੁਹਾਡੀ ਗੱਲ ਹੈ ਕਿ ਟ੍ਰਾਂਜੈਕਸ਼ਨਾਂ ਪਾਉਂਦੀਆਂ, ਜੇ ਅਗਰ ਤੁਹਾਡੇ ਕੋਲ 8-10 ਲੱਖ ਰੁਪਇਆ ਹੈਗਾ ਵਾ, ਤੁਸੀਂ ਇਸੀ ਇਨਕਮ ਨੂੰ ਘੁਮਾਉਣਾ ਵਾ ਆਪਣੇ ਅਕਾਊਂਟਾਂ ਦੇ ਵਿੱਚ, ਆਪਣੇ ਦੋਸਤਾਂ ਤੋਂ ਪੈਸੇ ਪਵਾ ਕੇ, ਉਹ ਕਿੱਦਾਂ ਪਾਉਣੇ ਆ ਉਹ ਮੈਂ ਦੱਸ ਦਿੰਦਾ। ਉਹੀ 4.5 ਲੱਖ ਰੁਪਇਆ ਅਕਾਊਂਟ 'ਚ ਰੱਖ ਲਿਆ 1 ਤਰੀਕ ਨੂੰ ਪਵਾ ਕੇ, 2 ਤਰੀਕ ਨੂੰ ਆਪਣੇ ਦੋਸਤ ਨੂੰ ਕਿਹਾ ਕਿ ਆ ਲੈ ਯਾਰ ਚੱਕ 40,000 ਰੁਪਇਆ, ਤੇ ਤੂੰ ਮੈਨੂੰ ਅਕਾਊਂਟ ਟ੍ਰਾਂਸਫਰ ਕਰ ਦੇ ਮੇਰੇ ਬਿਜ਼ਨਸ ਕਰੰਟ ਅਕਾਊਂਟ 'ਚ। ਉਹਨਾਂ ਨੇ ਬਿਜ਼ਨਸ ਕਰੰਟ ਅਕਾਊਂਟ 'ਚ ਪਾ ਤੇ ਉਸ ਤੋਂ ਬਾਅਦ ਤੁਸੀਂ ਕਿਸੇ ਦੂਜੇ ਦੋਸਤ ਨੂੰ, 2 ਦੋਸਤ ਇੱਦਾਂ ਰੱਖਿਓ ਜਿਨ੍ਹਾਂ ਨੂੰ ਤੁਸੀਂ ਖਰਚੇ ਲਈ ਪੈਸੇ ਪਾਉਣੇ, ਮਤਲਬ ਐਕਸਪੈਂਸ ਸ਼ੋ ਕਰਨੇ ਆ। 5,000 5600 ਇੱਕ ਨੂੰ ਪਾਤਾ, 3,000 ਇੱਕ ਨੂੰ ਪਾਤਾ, ਠੀਕ ਆ, 8,000 ਚੱਲ ਗਿਆ।
ਜਿਹੜਾ 40,000 ਆਇਆ ਸੀ ਉਹਦੇ ਵਿੱਚੋਂ 8,000 ਤੁਹਾਡਾ ਖਰਚਾ ਗਿਆ ਤੇ 32 ਬਚ ਗਿਆ। ਇਦਾਂ ਹੀ ਕੁੱਲ ਮਿਲਾ ਕੇ ਇਦਾਂ ਹੀ ਤੁਸੀਂ ਹਰ ਹਫਤੇ ਟ੍ਰਾਂਜੈਕਸ਼ਨਾਂ ਕਰਨੀਆਂ ਇਨ ਆਊਟ ਤਾਂ ਕਿ ਤੁਹਾਡੇ 1,30,40,000 ਦੀ ਟ੍ਰਾਂਜੈਕਸ਼ਨ ਹੋ ਜੇ ਕਰੰਟ ਅਕਾਊਂਟ 'ਚ ਤੇ ਸੇਵਿੰਗ ਅਕਾਊਂਟ 'ਚ ਐਟ ਦੀ ਐਂਡ ਆਫ ਦਾ ਮੰਥ ਉਹਦੇ ਵਿੱਚੋਂ ਤੁਸੀਂ 50,000 ਕੱਢ ਕੇ 'ਚ ਪਾ ਲਓ ਤੇ ਸੇਵਿੰਗਸ 'ਚ ਆਪਣਾ ਜਿਹੜਾ ਰੈਗੂਲਰ ਖਰਚਾ ਵਾ ਉਹ ਤੁਸੀਂ ਦਿਖਾ ਸਕਦੇ ਹੋ। ਸੋ ਇਦਾਂ ਹੀ ਸੇਮ ਸਟੇਟਮੈਂਟ ਬਣਾਉਣੀ, ਬਸ ਇਹਦੇ ਵਿੱਚ ਤੁਹਾਨੂੰ ਆਪਣੇ ਕਲਾਇੰਟ ਲੱਭਣੇ ਪੈਣੇ ਜੋ ਕਿ ਤੁਹਾਡੇ ਦੋਸਤ ਨੇ। ਸੋ ਇੰਦਾ ਤੁਸੀਂ ਕਲੈਵਰ ਵਰਕ ਕਰ ਸਕਦੇ ਹੋ। ਮੈਂ ਸਿਰਫ ਦੱਸ ਰਿਹਾ ਕਿ ਤੁਸੀਂ ਇਦਾਂ ਵੀ ਆਪਣੇ ਬਿਜ਼ਨਸ ਰਿਐਲਿਟੀ 'ਚ ਤੁਸੀਂ ਇਦਾਂ ਵੀ ਆਪਣੇ ਆਪ ਤੇ ਵਰਕ ਕਰ ਸਕਦੇ ਹੋ ਰਾਦਰ ਦੈਨ ਘਰੇ ਬੈਠ ਕੇ ਸੋਚ ਕੇ ਮੇਰਾ ਕਿੱਦਾਂ ਹੋ। ਇਹਦੇ ਤੇ ਵੀ ਵਰਕ ਕਰ ਸਕਦੇ ਹੋ, ਠੀਕ ਹੈ ਜੀ, ਜੇ ਤੁਸੀਂ ਘੁੰਮਣ ਦੇ ਇੱਛੁਕ ਹੈਗੇ ਹੋ। ਸੋ ਇਹੀ ਚੀਜ਼ ਮੈਂ ਤੁਹਾਨੂੰ ਦੱਸਣੀ ਸੀ ਇਸ ਸਾਰੀ ਵੀਡੀਓ ਦੇ ਵਿੱਚ। ਬਾਕੀ ਤੁਸੀਂ ਸੇਮ ਚੀਜ਼ਾਂ ਸਾਰੀਆਂ ਉੱਦਾਂ ਹੀ ਫੋਲੋ ਕਰਿਓ, ਕਵਰ ਲੈਟਰ ਵਗੈਰਾ ਜਿੱਦਾਂ ਬਿਜ਼ਨਸ ਪ੍ਰੋਫਾਈਲ 'ਚ ਫੋਲੋ ਕੀਤਾ, ਠੀਕ ਹੈ। ਤੁਹਾਨੂੰ ਲੱਗ ਜੂਗਾ ਪਤਾ, ਤੁਹਾਡੀ ਵੀ ਪ੍ਰੋਫਾਈਲ 6-7 ਮਹੀਨਿਆਂ 'ਚ ਤਿਆਰ ਹੋ ਜਾਏਗੀ, ਤੁਸੀਂ ਵੀ ਕਿਤੇ ਲਾਉਣ ਜੋਗੇ ਹੋ ਜੂਗੇ ਟੂਰਿਸਟ ਵੀਜ਼ਾ। ਸੋ ਇਹ ਸੀ ਸਾਰੀ ਵੀਡੀਓ। ਉਮੀਦ ਆ ਤੁਹਾਨੂੰ ਇਹ ਵੀਡੀਓ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਊਗਾ। ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਵੀਜ਼ਾ ਮਿਲ ਜਾਵੇ, ਜੋ ਜਿੱਥੇ ਜਾਣਾ ਚਾਹੁੰਦਾ ਸਾਰੇ ਘੁੰਮ ਕੇ ਆਓ, ਇੰਜੋਏ ਕਰਕੇ ਆਓ, ਹੋਰ ਕੀ ਚਾਹੀਦਾ। ਤੇ ਰੱਬ ਅੱਗੇ ਇਹੀ ਅਰਦਾਸ ਹੈ ਜੀ। ਚਲੋ ਟੇਕ ਕੇਅਰ।